श्री वाहिगुरु साहिब जीओ। श्री नानक अंगद गुरु अमरदास पद बंद। रामदास अर्जन गुरु बर श्री हरगोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक अंकारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा कछुक सिद्ध जिह संग है। कही आदेश आदेश एक ओंकार आदेश है। बोले श्री जगतेश कछुक सिद्ध जिह संग है। वाहिगुरु जी का खालसा वाहिगुरु जी की फतेह। दीन दयाल भगत वत्सल पतित पावन सतगुरु धन धन श्री गुरु नानक देव सच्चे पातशाह जी महाराज। धन धन श्री गुरु गोबिंद सिंह साहिब जी महाराज। दसे गुरु साहबाना दी आत्मक जोत जागदी जोत चवर छतर सिंघासन तख्त दे मालक। धन धन श्री गुरु ग्रंथ साहिब जी महाराज। सतगुरु जी दी साजी नवाजी गुरु रूप गुरु प्यारी साध संगत जीओ। आप जी बहुत ही वड्डियां भागां वाले कर्मां वाले वडभागी हो जो संध्या के समय तो ही सतगुरु जी के दरबार विखे हाजरियां भर के बाणी पढ़ सुन के लाहा लै रहे हो। गुरु घर दे ग्रंथी साहबान की रचना तो सच्चे पातशाह सतगुरु जी की तुरकी बाणी के जाप आप संगतां ने सरवण कीते हन। उस तो उपरंत अरदास हुई है गुरु चरनां विच। गुरु महाराज जी ने पावन पवित्र हुक्मनामे बख्शिश करके संगतां नूं निहाल कृतार्थ सफला कीता है। इस तो बाद ही साध संगत जी जो धन धन श्री गुरु नानक देव महाराज जी का पावन पवित्र इतिहास की कथा आपां रल मिल के पढ़ सुन रहे हाँ। उस कथा का समा होया है जिवें सतगुरु जी बगदाद विखे गए। इत्थे दस्तगीर पीर जो बड़ा ताकत वाला सी जिहदी ईण जिहदी आन कनौज सारे इत्थों दे लोग राजे समेत मनदे सी, इहनूं पूजदे सन। ते महाराज जी उत्थे जाके
ਅਸਥਾਨ ਕੀਤਾ ਤੇ ਦਸਤਗੀਰ ਪੀਰ ਨੂੰ ਤੇ ਇਸ ਤੋਂ ਬਗਦਾਦ ਦੇ ਲੋਕਾਂ ਨੂੰ ਆਪਣੀ ਚਰਨੀ ਪਾਇਆ। ਉਸ ਵਾਹਿਗੁਰੂ ਪਰਮਾਤਮਾ ਦੀ ਮਹਿਮਾ ਜਣਾ ਕੇ ਜਪਜੀ ਸਾਹਿਬ ਬਾਣੀ ਦੀ ਪੌੜੀ ਦੇ ਰਾਹੀਂ ਆਪਣੇ ਚਰਨਾਂ ਨਾਲ ਜੋੜਿਆ। ਇਹ ਸ਼ਬਦ ਉਚਾਰਨ ਕੀਤਾ, ਲੱਖ ਪਾਤਾਲਾ ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ, ਓੜ ਕੋੜ ਕਪਾਲ ਥੱਕੇ ਵੇਦ ਕਹਿਨ ਕਵਾਤ, ਸਹਿਸ 18 ਹੈ ਕਹਿਨ ਕਤੇਬਾ, ਅਸਲੂ ਇਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਇਹ ਜਦੋਂ ਦਸਤਗੀਰ ਪੀਰ ਦੇ ਮੁਰੀਦ ਨੇ ਬਾਣੀ ਸੁਣੀ ਸੀ ਅਤੇ ਜਦੋਂ ਭਾਈ ਮਰਦਾਨੇ ਨੇ ਰਾਗ ਵਿੱਚ ਪਾ ਕੇ ਸਿਫਤ ਪਰਮੇਸ਼ਰ ਦੀ ਗਾਈ, ਦਸਤਗੀਰ ਪੀਰ ਨੂੰ ਦੱਸਿਆ, ਬੜਾ ਗੁੱਸੇ ਵਿੱਚ ਆਇਆ। ਸ਼ਹਿਰ ਦੇ ਲੋਕ ਪੱਥਰ ਮਾਰਨ ਲਈ ਤਿਆਰ ਹੋਏ ਸਤਿਗੁਰੂ ਜੀ ਨੂੰ। ਸਾਰਿਆਂ ਦੀ ਬਾਹਾਂ ਜਿਹੜੀਆਂ ਐਨ ਖੜੀਆਂ ਰਹਿ ਗਈਆਂ ਸਨ, ਤਾਂ ਡੰਡੇ ਵਾਂਗ ਹੀ ਹੱਥ ਹਿੱਲ ਨਾ ਸਕੇ। ਦਸਤਗੀਰ ਪੀਰ ਨੇ ਬੜੀ ਕੋਸ਼ਿਸ਼ ਕੀਤੀ ਆਪਣੀ ਤਾਕਤ ਲਾਉਣ ਦੀ, ਅਖੀਰ ਹੀ ਹਾਰ ਗਿਆ, ਹੰਬ ਗਿਆ ਵੀ ਇਹ ਤਾਂ ਮਹਾਨ ਹੈ। ਫਿਰ ਆਪਣੇ ਜਿਹੜੇ ਸਵਾਲ ਰੱਖੇ ਵੀ ਤੁਸੀਂ ਇਵੇਂ ਕਿਵੇਂ ਕਹਿ ਦਿੱਤਾ ਹੈ ਪਤਾਲਾਂ ਆਕਾਸ਼ਾਂ ਬਾਰੇ, ਸਾਡੇ ਕੁਰਾਨ ਮਜੀਦ ਸਾਡੇ 4 ਕਿਤਾਬਾਂ ਵਿੱਚ ਐਸਾ ਨਹੀਂ ਹੁੰਦਾ ਹੈ। 7 ਪਤਾਲ 7 ਆਕਾਸ਼ 14 ਲੋਕਾਂ ਦਾ ਹੀ ਕਥਨ ਹੈ। ਆਪ ਜੀ ਨੇ ਕਿਵੇਂ ਕਹਿ ਦਿੱਤਾ? ਗੁਰੂ ਸਾਹਿਬ ਜੀ ਨੇ ਫਿਰ ਵਿਸਥਾਰ ਨਾਲ ਦੱਸਿਆ, ਪਰ ਇਹਦੇ ਮੰਨਣ ਵਿੱਚ ਗੱਲ ਆਈ ਕੋਈ ਨਾ। ਕਹਿੰਦਾ ਵੀ ਮੈਨੂੰ ਤੁਸੀਂ ਦਿਖਾਓ। ਮਹਾਰਾਜ ਕਹਿੰਦੇ ਵੀ ਨਾਲ ਚੱਲੋ, ਹੁਣੇ ਦਿਖਾ ਦਿੰਦੇ ਹਾਂ ਪੀਰ ਜੀ। ਕਹਿੰਦੇ ਜੀ ਮੈਂ ਤਾਂ ਹੁਣ ਬਜ਼ੁਰਗ ਹੋ ਗਿਆ, ਤੁਸੀਂ ਮੇਰੇ ਚੇਲੇ ਬਾਲ ਕੇ ਮੇਰੇ ਪੁੱਤਰ ਨੂੰ ਲੈ ਜਾਓ। ਫਿਰ ਗੁਰੂ ਸਾਹਿਬ ਜੀ ਨੇ ਇਹਦੇ ਪੁੱਤਰ ਨੂੰ, ਦਸਤਗੀਰ ਦੇ ਪੁੱਤਰ ਨੂੰ ਫੜ ਕਰਕੇ ਹੱਥ ਵਿੱਚ ਹੱਥ ਅਤੇ ਕਿਹਾ ਵੀ ਤੂੰ ਦੋਨੋਂ ਨੇਤਰ ਹੀ ਬੰਦ ਕਰ ਲਾ। ਬੰਦ ਜਦੋਂ ਕੀਤੇ ਹੈ, ਸਾਧ ਸੰਗਤ ਜੀ ਫਿਰ ਦੂਸਰਾ ਆਕਾਸ਼ ਦਿਖਾਇਆ। ਉੱਥੇ ਕਈ ਦਿਨ ਮਹਾਰਾਜ ਵਿਚਰਦੇ ਰਹੇ। ਫਿਰ ਉੱਤੋਂ ਤੀਸਰਾ ਆਕਾਸ਼, ਚੌਥਾ, ਪੰਜਵਾਂ, ਸਾਲਾਂ ਬੱਧੀ ਸਮਾਂ ਬੀਤ ਗਿਆ ਆਕਾਸ਼ ਵੇਖਦਿਆਂ। ਫਿਰ ਗੁਰੂ ਸਾਹਿਬ ਜੀ ਧਰਤੀ 'ਤੇ ਆਏ, ਇੱਥੇ ਪਤਾਲਾਂ ਵਿੱਚ ਆਏ। ਫਿਰ 1 ਪਤਾਲ, 2 ਪਤਾਲ, 3 ਪਤਾਲ, ਇਹਨਾਂ 7 ਮੰਨੇ ਸੀ ਗੁਰੂ ਜੀ ਨੇ, ਕਈ ਲੱਖਾਂ ਹੀ ਦਿਖਾਏ ਹੈ। ਪੀਰ ਜੀ ਦਾ ਲੜਕਾ ਇਹ ਕੁਝ ਵੇਖ ਕੇ ਉਹਦੇ ਵਿਆਕਲ ਹੋ ਗਿਆ ਵੀ ਇਹ ਤਾਂ ਅਜੇ ਤੱਕ ਅੰਤ ਹੀ ਨਹੀਂ ਆ ਰਿਹਾ। ਅਖੀਰੀ ਹੱਥ ਜੋੜੇ ਕਹਿਣ ਲੱਗਾ, ਮਹਾਰਾਜ ਇਹ ਪਤਾਲਾਂ ਆਕਾਸ਼ਾਂ ਦਾ ਕੋਈ ਅੰਤ ਨਹੀਂ ਆਉਣਾ ਹੈ, ਮੈਂ ਚਾਹੁੰਦਾ ਹੁਣ ਵਾਪਸ ਜਾਣਾ। ਆਪ ਜੀ ਮੈਨੂੰ ਬਗਦਾਦ ਹੀ ਲੈ ਚੱਲੋ। ਕਹਿਣ ਲੱਗੇ ਗੁਰੂ ਸਾਹਿਬ ਜੀ ਵੀ ਠੀਕ ਹੈ, ਜੇ ਤੂੰ ਵਿਆਕਲ ਹੋ ਗਿਆ ਤਾਂ ਉਹ ਗੱਲ ਵੱਖਰੀ ਹੈ। ਉਂਝ ਆਕਾਸ਼ਾਂ ਪਤਾਲਾਂ ਦਾ ਕੋਈ ਓੜਕ ਨਹੀਂ ਹੈ, ਜੇ ਅੰਤ ਨਹੀਂ ਹੈ, ਬਹੁਤ ਰਹਿ ਗਏ ਆ ਵੇਖਣ ਵਾਲੇ, ਭਾਵ ਲੱਖਾਂ ਕਰੋੜਾਂ ਬੇਅੰਤ ਬੇਅੰਤੀ ਹੈ। ਕਹਿਣ ਲੱਗੇ ਵੀ ਮਹਾਰਾਜ ਨੇ ਮੈਂ ਨਹੀਂ ਵੇਖਣੇ। ਗੁਰੂ ਸਾਹਿਬ ਜੀ ਕਹਿੰਦੇ ਫਿਰ ਐਸਾ ਕੁਝ ਕਰੋ ਜਿਸ ਕਰਕੇ ਤੁਹਾਡੇ ਪਿਤਾ ਨੂੰ ਵੀ ਯਕੀਨ ਹੋ ਜਾਏ ਵੀ ਲੱਖਾਂ ਪਤਾਲ ਆਕਾਸ਼ ਵੇਖੇ ਤੇ ਕੁਝ ਲੈ ਕੇ ਆਏ ਆ ਉੱਥੋਂ। ਮਹਾਰਾਜ ਕਹਿੰਦੇ ਇੱਥੇ ਪਤਾਲਾਂ ਆਕਾਸ਼ਾਂ ਵਿੱਚ ਸਾਡੀ ਬਹੁਤ ਸੰਗਤ ਹੈ ਥਾਂ ਥਾਂ 'ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਉੱਥੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹੁੰਦੀਆਂ, ਅਰਦਾਸ ਹੁੰਦੀ ਤੇ ਉਹ ਲੈ ਕੇ ਚੱਲੋ। 1 ਕਚਕੌਲ, ਕਈਏ ਠੂਠਾ ਜਾਂ ਬਾਟਾ। ਫਿਰ ਗੁਰੂ ਸਾਹਿਬ ਜੀ ਨੇ ਸੰਗਤ ਦੇ ਵਿੱਚ ਥਾਂ ਥਾਂ 'ਤੇ ਖੜਿਆ। ਉੱਥੇ ਸਾਧੂ ਸੰਤ ਨਾਮ ਜਪ ਰਹੇ, ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਕਰ ਰਹੇ ਹੈ। ਜਦੋਂ ਗੁਰੂ ਸਾਹਿਬ ਜੀ ਆਏ ਦੇਖੇ ਮਹਾਤਮਾ ਸਾਧੂ ਸੰਤ ਉੱਠੇ ਅਤੇ ਗੁਰੂ ਸਾਹਿਬ ਜੀ ਨੂੰ ਸਭਾ ਭਾਵ ਸੰਗਤ ਦੇ ਵਿਚਕਾਰ ਬਿਠਾ ਲਿਆ, ਆਰਤੀ ਉਤਾਰੀ, ਬੜਾ ਜਸ ਕੀਤਾ, ਅਰਦਾਸ ਬੇਨਤੀ ਕੀਤੀ ਹੱਥ ਜੋੜ ਕੇ। ਫਿਰ ਕੜਾਹ ਪ੍ਰਸ਼ਾਦ ਦੀ ਜਿਹੜੀ ਦੇਗ ਹੈ ਉਹ ਬੜੀ ਖੁਸ਼ੀ ਵਧਾ ਕੇ ਪੀਰ ਦੇ ਪੁੱਤਰ ਨੇ ਵੀ ਲੈ ਲਈ। ਫਿਰ ਜਿੰਨੇ ਥਾਵਾਂ 'ਤੇ ਸੰਗਤ ਉੱਥੋਂ ਥੋੜ੍ਹਾ ਥੋੜ੍ਹਾ ਪ੍ਰਸ਼ਾਦ ਲੈ ਕੇ ਅਤੇ ਬਾਟਾ ਜਿਹੜਾ ਭਰਿਆ।
ਇਹ ਬਾਟਾ ਲੈ ਕੇ ਪੀਰ ਦਾ ਲੜਕਾ ਤੇ ਸਤਿਗੁਰੂ ਜੀ ਖਿਣ ਸਮੇਂ ਵਿੱਚ ਹੀ ਇੱਥੇ ਆ ਗਏ ਵਾਪਸ ਮਾਤ ਲੋਕ ਦੀ ਧਰਤੀ ਬਗਦਾਦ। ਜਦੋਂ ਦਸਤਗੀਰ ਪੀਰ ਨੇ ਇਸ ਤਰ੍ਹਾਂ ਵੇਖਿਆ ਹੈ ਤੇ ਪੁੱਛਣਾ ਕੀਤਾ, ਪੁੱਤਰ ਜੀ ਹਾਂ ਤੁਸਾਂ ਨੇ ਲੱਖਾਂ ਪਤਾਲ ਆਕਾਸ਼ ਵੇਖਿਆ ਜਾਂ ਇਹ ਹਿੰਦੂ ਫਕੀਰ ਨੇ ਝੂਠ ਕੁਫਰ ਤੋਲਿਆ ਹੈ? ਕਿਉਂਕਿ ਤੁਸੀਂ ਬਹੁਤ ਛੇਤੀ ਨਾਲ ਵਾਪਸ ਆ ਗਏ ਹੋ, 2 ਕੀ ਘੜੀਆਂ ਬੀਤੀਆਂ ਜੇ 48 ਮਿੰਟ ਹੀ, ਤੇ ਇਵੇਂ ਕਿਵੇਂ ਪਤਾਲ ਆਕਾਸ਼ ਵੇਖੇ ਜਾ ਸਕਦੇ ਨੇ ਸਮੇਂ 'ਚ? ਕਹਿਣ ਲੱਗਾ ਪਿਤਾ ਜੀ, ਸੁਣ ਕੇ ਹੈਰਾਨ ਹੋ ਗਿਆ। ਪਹਿਲਾਂ ਵੀ ਪਿਤਾ ਕਹਿੰਦੇ ਹੈ ਵੀ 2 ਘੜੀਆਂ 'ਚ ਆ ਗਏ ਆ, ਪਰ ਮੈਂ ਕਹਿੰਦਾ ਵਾਂ ਵੀ ਸਦੀਆਂ ਬੀਤ ਗਈਆਂ, ਹਜ਼ਾਰਾਂ ਸਾਲ ਬੀਤ ਗਏ, ਮੈਨੂੰ ਪਤਾਲ ਆਕਾਸ਼ ਵੇਖਦਿਆਂ ਵੀ ਇਹ ਕੀ ਕੌਤਕ? ਇਹ ਪਿਤਾ ਕੀ ਕਹਿ ਰਹੇ? ਕਹਿੰਦੇ ਪਿਤਾ ਜੀ ਤੁਸੀਂ ਕਹਿੰਦੇ ਹੋ ਵੀ ਅਸੀਂ ਬੜੀ ਵਾਪਸ ਛੇਤੀ ਆ ਗਏ ਹਾਂ, ਪਰ ਮੈਂ ਕਹਿੰਦਾ ਸਦੀਆਂ ਹਜ਼ਾਰਾਂ ਹੀ ਸਾਲ ਬੀਤ ਗਏ ਮੈਨੂੰ ਪਤਾਲ ਆਕਾਸ਼ ਵੇਂਦਿਆਂ। ਜਿੱਥੇ ਵੀ ਜਾਈਦਾ ਇਹਨਾਂ ਦੇ ਬੜਾ ਪੂਜਣ ਹੋ ਰਿਹਾ, ਇਹਨਾਂ ਦੇ ਚਰਨ ਪੂਜਦੀ ਹੈ ਸੰਗਤ ਪਤਾਲਾਂ ਆਕਾਸ਼ਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ, ਤੇ ਇਹਨਾਂ ਦੇ ਤੇ ਮੈਨੂੰ ਬਹੁਤ ਪਤਾਲ ਆਕਾਸ਼ ਦਿਖਾ ਦਿੱਤੇ ਹੈ, ਹਜੇ ਵੀ ਬੜੇ ਰਹਿੰਦੇ ਆ। ਮੈਂ ਤੇ ਹੱਥ ਜੋੜ ਕੇ ਆਇਆ ਹਾਂ ਪਿਤਾ ਜੀ। ਜਦੋਂ ਇਹ ਪੀਰ ਦੇ ਬੱਚੇ ਨੇ ਕਿਹਾ ਵੀ ਮੈਨੂੰ ਸਦੀਆਂ ਬੀਤ ਗਈਆਂ ਉੱਥੇ ਗਿਆ ਹੋਇਆਂ ਨੂੰ, ਤੁਸੀਂ ਕਹਿੰਦੇ 2 ਘੜੀਆਂ, ਦਸਤਗੀਰ ਪੀਰ ਵੀ ਹੈਰਾਨ ਹੋ ਗਿਆ ਵੀ ਇਹ ਕਿਵੇਂ ਹੋ ਸਕਦਾ? ਇਹ ਤਾਂ ਅਸੰਭਵ ਗੱਲ ਹੈ, ਨਹੀਂ ਗੱਲ ਬਣਦੀ, ਇਹ ਹੋ ਨਹੀਂ ਸਕਦੀ। ਅਸੀਂ ਕਹਿੰਦੇ 2 ਘੜੀਆਂ ਬੀਤੀਆਂ, ਇਹ ਕਹਿੰਦਾ ਸਦੀਆਂ ਬੀਤੀਆਂ। ਅਸਲ ਵਿੱਚ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਇਹ ਮਾਇਆ ਹੈ, ਅਸਚਰਜ ਕੌਤਕ ਹੈ ਵੀ ਦਸਤਗੀਰ ਪੀਰ ਨੂੰ 2 ਘੜੀਆਂ ਜਣਾਈਆਂ, ਉਹਦੇ ਪੁੱਤਰ ਨੂੰ ਹਜ਼ਾਰਾਂ ਹੀ ਸਾਲ ਜਣਾ ਦਿੱਤੇ ਹੈ। ਸਮਾਂ ਗੁਰੂ ਦੇ ਹੱਥ ਵਿੱਚ ਹੈ। ਮਹਾਰਾਜ ਆਪ ਅਕਾਲ ਪੁਰਖ ਹੈ। ਸਮੇਂ ਨੂੰ ਕੰਟਰੋਲ ਕਰਨਾ, ਸਮੇਂ ਨੂੰ ਥੰਮ ਕੇ ਰੱਖ ਦੇਣਾ ਗੁਰੂ ਦੇ ਵੱਸ ਹੈ। ਹੋ ਸਕਦਾ ਮਹਾਰਾਜ ਨੇ ਮਾਤ ਲੋਕ ਦੇ ਸਮੇਂ ਨੂੰ ਥੰਮ ਦਿੱਤਾ ਹੋਵੇ ਉਸ ਵੇਲੇ, ਤੇ ਕਈ ਸਦੀਆਂ ਉਸ ਦਸਤਗੀਰ ਪੀਰ ਦੇ ਪੁੱਤਰ ਨੂੰ ਦਿਖਾਏ ਹੁਣ ਆਕਾਸ਼ ਪਤਾਲ। ਬਾਕੀ ਮਹਾਰਾਜ ਦੀ ਕਲਾ ਵੀ ਹੈ ਵੀ ਅੱਖ ਦੇ ਝਮੱਕੇ ਮਾਤਰ ਗੁਰੂ ਸਾਹਿਬ ਕਈ ਕੁਝ ਦਿਖਾ ਸਕਦੇ। ਜਿਵੇਂ ਕ੍ਰਿਸ਼ਨ ਭਗਵਾਨ ਜੀ ਦੇ ਵੀ ਪ੍ਰਸੰਗ ਆਉਂਦੇ ਆ, ਨਾਰਦ ਜੀ ਬਾਰੇ, ਇਸੇ ਤਰ੍ਹਾਂ ਅਰਜਨ ਜੀ ਬਾਰੇ। ਜਦੋਂ ਉਹਨਾਂ ਕਿਹਾ ਸੀ ਕਿ ਕ੍ਰਿਸ਼ਨ ਭਗਵਾਨ ਜੀ ਭਗਵਾਨ ਦੀ ਮਾਇਆ ਦਿਖਾਓ ਸਾਨੂੰ ਕੈਸੀ ਹੈ, ਉਹ ਮਾਇਆ ਦਿਖਾਈ ਸੀ। ਫਿਰ ਜਦੋਂ ਨਦੀ ਦੇ ਪਰਲੇ ਪਾਸੇ ਗਏ ਬੜੀ ਮਾਇਆ ਦੇਖੀ, ਕਈ ਪੁੱਤਰ ਪੈਦਾ ਕਰ ਲਏ, ਕਈ ਸ਼ਾਦੀਆਂ ਕਰ ਲਈਆਂ, ਭਾਗਵਤ ਪੁਰਾਣ 'ਚ ਕਥਾ ਹੁੰਦੀ ਹੈ। ਅਤੇ ਜਦੋਂ ਫਿਰ ਉਹ ਵਾਪਸ ਆਏ ਨਦੀ ਤੋਂ ਬਾਹਰ, ਅਤੇ ਉਹ ਰੋਣ ਖਪਣ ਮੇਰੇ ਪੁੱਤਰ ਮਹਾਰਾਜ ਰਹਿ ਗਏ, ਉਹਨਾਂ ਦਾ ਕੀ ਹੋਏਗਾ, ਮੈਂ ਇੱਧਰ ਆ ਗਿਆ, ਐਵੇਂ ਹੋ ਗਿਆ। ਕ੍ਰਿਸ਼ਨ ਭਗਵਾਨ ਕਹਿਣ ਵੀ ਕੁਝ ਨਹੀਂ ਹੈ ਅਰਜਨ, ਐਵੇਂ ਨਾ ਰੋ। ਪਰ ਉਹ ਮੰਨੇ ਕਿੱਥੇ, ਉਹ ਮਾਇਆ ਦਿਖਾਈ ਸੀ ਨਾ। ਅਖੀਰੀ ਜ਼ੋਰ ਦੀ ਇੱਕ ਥੱਪੜ ਮਾਰਿਆ, ਕਹਿੰਦੇ ਕੱਖ ਨਹੀਂ ਹੈਗਾ, ਐਵੇਂ ਕਾਹਨੂੰ ਰੋਣਾ ਹੈ। ਉਹ ਫਿਰ ਉਦੋਂ ਮਾਇਆ 'ਚ ਨਿਕਲੇ, ਕਹਿੰਦੇ ਮਹਾਰਾਜ ਤੁਸੀਂ ਧੰਨ ਹੋ। ਆ ਮਿੰਟਾਂ ਸਕਿੰਟਾਂ 'ਚ ਕਈ ਸਮਾਂ, ਕਈ ਰਾਜ ਭਾਗ ਅਤੇ ਕਈ ਪੁੱਤਰ ਜਿਹੜੇ ਜੰਮਣੇ ਦਿਖਾ ਦਿੱਤੇ। ਇਹੀ ਕਲਾ ਗੁਰੂ ਨਾਨਕ ਸਾਹਿਬ ਜੀ ਨੇ ਕਲਯੁਗ ਦੇ ਸਮੇਂ ਇਹ ਦਸਤਗੀਰ ਪੀਰ ਦੇ ਬੱਚੇ ਨੂੰ ਦਿਖਾਈ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਦੇ ਵਿੱਚ ਹੀ ਸਮਰੱਥਾ ਹੈ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ ਬਚਨ। ਭਾਈ ਗੁਰਦਾਸ ਜੀ ਲਿਖਦੇ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਆ ਜਹਾਨਾ, ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਇਵੇਂ ਬਗਦਾਦ ਵਿੱਚ ਮਹਾਰਾਜ ਗਏ ਸਨ, ਜਿੱਥੇ ਗੁਰੂ ਸਾਹਿਬ ਜੀ ਬਿਰਾਜਮਾਨ ਹੋਏ। ਉਹ ਸ਼ਹਿਰ ਦੇ ਬਾਰ-ਬਾਰ ਜਿੱਥੇ ਉਹ 4 ਦੀਵਾਰੀ ਕਰਕੇ ਥੜਾ ਸਾਹਿਬ ਸਤਿਗੁਰੂ ਜੀ ਦਾ ਸੁਭਾਇਮਾਨ ਹੈ, ਉਹ ਅੱਜ ਵੀ ਹੈਗਾ ਹੈ। ਉੱਥੇ ਮਹਾਰਾਜ ਗਏ ਸਨ। ਇਹ ਜਦੋਂ ਸਾਰੀ ਕਲਾ ਵਰਤਾਈ ਅਤੇ ਇੱਕ ਦਸਤਗੀਰ ਪੀਰ ਨੇ ਆ ਕੇ ਪੁੱਛਿਆ, ਫਿਰ ਕਹਿ ਦਸਤਗੀਰ
ਕੌਣ ਫਕੀਰ ਕਿਸ ਕਾ ਕਹਿਰ ਕਰਹਾਨਾ। ਕਹਿੰਦਾ ਵੀ ਤੁਸੀਂ ਕੌਣ ਹੋ, ਤੁਹਾਡਾ ਕਰਹਾਨਾ ਕਹੀਏ ਕਿਹੜਾ ਗੁਰੂ ਧਾਰਨ ਕੀਤਾ, ਤੁਹਾਡਾ ਭੇਖ ਕਿਹੜਾ ਹੈ ਜਿਹਦਾ ਤੁਸਾਂ ਨੇ ਉਪਦੇਸ਼ ਲਿਆ ਹੋਇਆ ਹੈ। ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ, ਧਰਤ ਆਕਾਸ਼ ਚਹੂੰ ਚੱਕ ਜਾਨਾ, ਚਹੂੰ ਦਿਸ ਜਾਨਾ। ਰੱਬ ਫਕੀਰ ਭਾਵ ਗੁਰੂ ਸਾਹਿਬ ਰੱਬ ਵੀ ਫਕੀਰ ਵੀ ਇੱਕੋ ਹੀ ਪਹਿਚਾਨੇ। ਧਰਤ ਆਕਾਸ਼ ਵਿੱਚ ਦੋਵੇਂ ਸਮਿਆਂ 'ਚ ਹੀ, ਦੋਵੇਂ ਥਾਵਾਂ 'ਤੇ ਹੀ। ਅਤੇ ਲਿਖਦੇ ਆ ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਅਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ। ਪਾਤਾਲਾ ਆਕਾਸ ਲੱਖ, ਓੜਕ ਭਾਲੀ ਖਬਰ ਸੁਣਾਈ। ਫੇਰ ਦੁਰਾਇਣ ਦਸਤਗੀਰ, ਅਸੀਂ ਪੇ ਵੇਖਾ ਜੋ ਤੁਹ ਪਾਈ। ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ। ਲੱਖ ਆਕਾਸ ਪਤਾਲ ਲੱਖ, ਅੱਖ ਫਰੰਕ ਵਿੱਚ ਸਭ ਦਿਖਲਾਈ। ਪਰ ਕੁਚ ਕੌਲ ਪ੍ਰਸਾਦ ਦਾ, ਧੁਰੋ ਪਤਾਲੋ ਲਈ ਕੜਾਹੀ। ਜ਼ਾਹਰ ਕਲਾ ਨਾ ਛਪੈ ਛਪਾਈ। ਅੱਖ ਫਰੰਕ ਵਿੱਚ ਸਭ ਦਿਖਲਾਈ। ਭਾਈ ਗੁਰਦਾਸ ਜੀ ਇਸ ਗੱਲ ਦਾ ਸਭ ਤੋਂ ਪਤਾ ਪੁਰਾਣਾ ਦਿੰਦੇ ਹੈ ਵੀ ਅੱਖ ਦੇ ਝਮੱਕੇ ਮਾਤਰ ਵਿੱਚ ਹੀ ਲੱਖਾਂ ਪਤਾਲ ਸਤਿਗੁਰੂ ਜੀ ਨੇ ਦਿਖਾ ਦਿੱਤੇ ਸਨ। ਇਹ ਭਾਈ ਸੰਤੋਖ ਸਿੰਘ ਜੀ ਨੇ, ਜੋ ਭਾਈ ਮਣੀ ਸਿੰਘ ਜੀ ਨੇ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਪੁਰਾਤਨ ਜਨਮ ਸਾਖੀ ਲਿਖੀ ਹੈ ਉਲੱਥਾ ਕਰਕੇ, ਉਹਦੇ ਵਿੱਚੋਂ ਭਾਈ ਸੰਤੋਖ ਸਿੰਘ ਜੀ ਨੇ ਪ੍ਰਸੰਗ ਲਿਆ ਹੈ, ਜਿਸ ਕਰਕੇ ਉਹਨਾਂ ਨੇ ਜਿਹੜਾ ਭਾਈ ਗੁਰਦਾਸ ਦੀ ਵਾਰ ਤੋਂ ਹੀ ਸਿੱਧਾ ਹੀ ਜਿਹੜਾ ਸਪਸ਼ਟ ਕੀਤਾ ਹੋਇਆ ਅਤੇ ਪ੍ਰਸੰਗ ਲਿਖਿਆ ਹੈ। ਇਵੇਂ ਗੁਰੂ ਸਾਹਿਬ ਜੀ ਉੱਥੇ ਸਿੱਖ ਸੇਵਕੀ ਬਖਸ਼ ਕਰਕੇ ਸਾਧ ਸੰਗਤ ਜੀ ਫਿਰ ਮਨ ਚੱਲਣਾ ਕਰਨਾ ਸੀ। ਭਾਈ ਮਰਦਾਨਾ ਬੋਲਿਆ, ਮਹਾਰਾਜ ਹੁਣ ਆਪਾਂ ਘਰ ਚੱਲੀਏ, ਰਾਏ ਭੋਏ ਦੀ ਤਲਵੰਡੀ। ਗੁਰੂ ਸਾਹਿਬ ਕਹਿਣ ਲੱਗੇ, ਮਰਦਾਨਿਆਂ ਕਰਨਾ ਤੇ ਪਰਮੇਸ਼ਰ ਨੂੰ ਯਾਦ ਸੀ, ਪਰ ਤੂੰ ਮਨ ਵਿੱਚ ਹਮੇਸ਼ਾ ਘਰ ਨੂੰ ਯਾਦ ਕਰਦਾ ਰਹਿੰਦਾ ਹੈ, ਘਰ ਨਹੀਂ ਤੂੰ ਭੁੱਲਦਾ। ਅਤੇ ਜੇ ਤੂੰ ਜਾਣਾ ਚਾਹੁੰਦਾ ਤਾਂ ਚਲਿਆ ਜਾ, ਤੈਨੂੰ ਭੇਜ ਦਿੰਦੇ ਹਾਂ ਬਿਨਾਂ ਦੇਰੀ ਤੋਂ। ਕਹਿੰਦੇ ਮਹਾਰਾਜ ਪਹਿਲਾਂ ਤੁਸੀਂ ਜਾਓਗੇ ਫਿਰ ਮੈਂ ਜਾਵਾਂਗਾ, ਮੈਂ ਪਹਿਲਾਂ ਨਹੀਂ ਜਾਵਾਂਗਾ। ਗੁਰੂ ਸਾਹਿਬ ਜੀ ਕਹਿਣ ਲੱਗੇ, ਇਸ਼ਾਰੇ ਨਾਲ ਹੀ ਉਹ ਭਵਿੱਖ ਦਾ ਵਾਕ ਆਉਣ ਵਾਲੇ ਸਮੇਂ ਦਾ ਹੀ ਕਹਿ ਦਿੱਤਾ, ਮਰਦਾਨਿਆਂ ਤੂੰ ਕਹਿੰਦਾ ਵੀ ਅਸੀਂ ਪਹਿਲਾਂ ਜਾਵਾਂਗੇ, ਪਰ ਅਸੀਂ ਕਹਿੰਦੇ ਵੀ ਤੂੰ ਪਹਿਲਾਂ ਜਾਏਗਾ ਅਤੇ ਉਸ ਘਰ ਵਿੱਚ ਜਾਏਗਾ ਜਿਹੜਾ ਅਚਲ ਅਬਿਨਾਸੀ ਘਰ ਹੈ, ਬਚਲ ਨਗਰ ਗੋਬਿੰਦ ਗੁਰੂ ਕਾ। ਕਿਉਂਕਿ ਪਰਮੇਸ਼ਰ ਦੀ ਤੇਰੇ 'ਤੇ ਕਿਰਪਾ ਹੋ ਗਈ, ਤੇਰਾ ਦੁੱਖ ਮਿਟ ਗਿਆ ਹੈ ਜੰਮਣ ਮਰਨ ਦਾ, ਤੂੰ ਸੱਚਖੰਡ ਭਾਵ ਚਲਿਆ ਜਾਏਗਾ। ਭਾਈ ਮਰਦਾਨਾ ਸਤਿਗੁਰ ਜੀ ਦਾ ਬਚਨ ਸਮਝ ਗਏ, ਕਹਿਣ ਲੱਗੇ ਮਹਾਰਾਜ ਠੀਕ ਹੈ, ਉਹ ਕਿਹੜਾ ਥਾਂ ਹੋਏਗਾ ਜਿੱਥੇ ਮੇਰਾ ਸਰੀਰ ਛੁੱਟੇਗਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਉਹ ਥਾਂ ਬਹੁਤ ਚੰਗਾ ਹੀ ਹੋਏਗਾ ਮਰਦਾਨਿਆਂ, ਜਿੱਥੇ ਤੂੰ ਜਾਏਗਾ ਉਹ ਵੀ ਚੰਗਾ ਹੀ ਥਾਂ ਹੋਊਗਾ, ਭਾਵ ਸੱਚਖੰਡ ਚੰਗਾ ਹੀ ਹੈ ਨਾ। ਫਿਰ ਕਹਿੰਦੇ ਮਹਾਰਾਜ ਮੈਨੂੰ ਇੱਕ ਮੇਰੀ ਇੱਛਾ ਹੈ, ਜਦੋਂ ਮੈਂ ਸਰੀਰ ਛੱਡਾਂਗਾ ਫਿਰ ਤੁਸੀਂ ਕਿੱਥੇ ਹੋਵੋਗੇ, ਮੇਰੇ ਕੋਲ ਹੋਵੋਗੇ ਜਾਂ ਨਹੀਂ ਹੋਵੋਗੇ। ਗੁਰੂ ਸਾਹਿਬ ਕਹਿੰਦੇ ਮਰਦਾਨਿਆਂ ਹਮੇਸ਼ਾ ਤੇਰੇ ਨਾਲ ਰਹੇ ਅਤੇ ਨਾਲ ਹੀ ਹੋਵਾਂਗੇ ਉਸ ਦਿਨ ਵੀ, ਸਭ ਤਰ੍ਹਾਂ ਨਾਲ ਕਿਰਿਆ ਕਰਕੇ ਅੰਤਮ ਸਮੇਂ ਦੀ ਫਿਰ ਅਸੀਂ ਜਾਵਾਂਗੇ ਕਿਸੇ ਪਾਸੇ। ਇਵੇਂ ਸਾਧ ਸੰਗਤ ਜੀ ਉਹ ਦੱਸ ਦਿੱਤਾ ਕਿ ਕਿੰਨੇ ਮੇਰੀ ਉਮਰ ਰਹਿ ਗਈ ਹੈ। ਗੁਰੂ ਸਾਹਿਬ ਕਹਿੰਦੇ 5 ਦਿਨ ਰਹਿ ਗਏ ਹੈ, ਫਲਾਣੇ ਸ਼ਹਿਰ ਭਾਵ ਖੁਰਮੇ ਸ਼ਹਿਰ 'ਚ ਤੂੰ ਜਾਏਗਾ। ਉੱਥੇ ਸ਼ਾਮ ਦੇ ਸਮੇਂ ਜਦੋਂ 5 ਘੜੀਆਂ 3 ਘੜੀਆਂ ਰਹਿ ਜਾਣਗੀਆਂ, ਉਦੋਂ ਤੁਸੀਂ ਸਰੀਰ ਛੱਡੋਗੇ, ਉਦੋਂ ਤੁਸੀਂ ਸੱਚਖੰਡ ਚਲੇ ਜਾਓਗੇ। ਉਹ ਵੀ ਦਿਨ ਆ ਗਏ। ਫਿਰ ਗੁਰੂ ਸਾਹਿਬ ਜੀ ਨੇ ਕਿਹਾ ਮਰਦਾਨਾ ਕੈਸੀ ਖਬਰ ਹੈ ਤੈਨੂੰ ਜਾਣ ਦੀ। ਕਹਿੰਦੇ ਮਹਾਰਾਜ ਪੂਰੀ ਤਿਆਰੀ ਹੈ, ਹੁਣ ਤਾਂ ਆਪ ਜੀ ਦੀ ਆਗਿਆ ਦੀ ਲੋੜ ਹੈ। ਫਿਰ ਗੁਰੂ ਸਾਹਿਬ ਜੀ ਪੁੱਛਦੇ ਕੈਸੀ ਖਬਰ ਹੈ। ਕਹਿੰਦੇ ਮਹਾਰਾਜ ਆਹ ਜਿਹੜੀ ਪਾਣ ਦੀ ਗੰਢ ਹੈ ਨਾਭੀ ਦੇ ਵਿੱਚ ਧੁੰਨੀ ਵਿੱਚ, ਉਹ ਖੁੱਲ੍ਹ ਗਈ ਹੈ, 9 ਸਵਾਸ ਬਾਕੀ ਰਹਿ ਗਏ ਹੈ, ਆਪ ਜੀ ਦੇਖ ਸਕਦੇ ਹੋ। ਭਾਈ ਬਾਲਾ ਜੀ ਨੂੰ ਕਿਹਾ ਗਿਣਨ ਵਾਸਤੇ, ਉਹ ਜਦੋਂ ਗਿਣੇ 9 ਹੀ ਸਵਾਸ ਰਹਿ ਗਏ, ਫਿਰ ਸਰੀਰ ਸ਼ਾਂਤ ਹੋ ਗਿਆ। ਐਵੇਂ ਖੁਰਮੇ ਸ਼ਹਿਰ 'ਚ ਸਰੀਰ ਸ਼ਾਂਤ ਹੋਇਆ ਸੀ ਭਾਈ ਮਰਦਾਨਾ ਜੀ ਦਾ।
ਉੱਥੇ ਹੀ ਅੰਤਿਮ ਸੰਸਕਾਰ ਕੀਤਾ। ਇੱਕ ਕੱਪੜਾ ਸੋਹਣਾ ਵਸਤਰ ਗੁਰੂ ਸਾਹਿਬ ਜੀ ਨੇ ਆਪਣੇ ਉੱਪਰੋਂ ਲਾਹ ਕੇ ਦਿੱਤਾ। ਇੱਕ ਭਾਈ ਬਾਲਾ ਜੀ ਨੇ ਸੋਹਣਾ ਵਸਤਰ ਉੱਜਲ ਲੈ ਲਿਆ। ਦੋਵੇਂ ਵਸਤਰ ਪਾ ਕੇ ਚਿਖਾ ਸੋਹਣੀ ਸਜਾ ਕੇ ਗੁਰਮਤਿ ਅਨੁਸਾਰ ਸੰਸਕਾਰ ਦੀ ਜਿਹੜੀ ਕਿਰਿਆ ਅੰਤਮ ਦੀ ਉਹ ਕਰ ਦਿੱਤੀ। ਇਵੇਂ ਗੁਰੂ ਸਾਹਿਬ ਜੀ ਕੁਝ ਕਰਕੇ ਉੱਥੇ ਚੱਲੇ ਸਨ। ਇਹਨਾਂ ਨੂੰ ਗੋਰਖਨਾਥ ਜਿਹੜਾ ਕੁਝ ਸਿੱਧਾਂ ਨਾਲ ਦਿਖਾਈ ਦਿੱਤਾ, ਜਿਵੇਂ ਉਹਦੇ ਨਾਲ ਬਚਨ ਵਿਲਾਸ ਹੋਏ ਉਹ ਪ੍ਰਸੰਗ ਜਾ ਰਹੇ ਹਨ। ਆਓ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਛਕ ਸਿੱਧ ਜਿਹ ਸੰਗ ਹੈ। ਗੁਰੂ ਸਾਹਿਬ ਜੀ ਖੁਰਮੇ ਸ਼ਹਿਰ ਤੋਂ ਜੇ ਤਲਵੰਡੀ ਨਗਰ ਨੂੰ ਚੱਲਣ ਲਈ ਤਿਆਰੀ ਹੋਏ ਸਨ। ਇਹਨਾਂ ਨੂੰ ਕਹਿੰਦੇ ਗੋਰਖਨਾਥ ਨੇ ਕੁਝ ਸਿੱਧਾਂ ਨਾਲ ਆ ਦਿਖਾਈ ਦਿੱਤੀ, ਜਿਹਦੇ ਨਾਲ ਕੁਝ ਸਿੱਧ ਸਨ। ਭੰਗਰਨਾਥ ਆਦਿਕ ਕਹੀ ਆਦੇਸ ਆਦੇਸ। ਗੁਰੂ ਸਾਹਿਬ ਜੀ ਨੂੰ ਦੇਖਦਿਆਂ ਹੀ ਵੀ ਗੁਰੂ ਨਾਨਕ ਦੇਵ ਤਪਾ ਜੀ ਆਪ ਜੀ ਨੂੰ ਆਦੇਸ਼ ਹੋਵੇ, ਆਦੇਸ਼ ਹੋਵੇ। ਨਮਸਕਾਰ ਹੈ, ਨਮਸਕਾਰ ਹੈ ਜੀ। ਏਕੰਕਾਰ ਆਦੇਸ਼ ਹੈ। ਅੱਗੋਂ ਸਤਿਗੁਰੂ ਜੀ ਕਿਹਾ ਵੀ ਗੋਰਖਨਾਥ ਉਸ ਇੱਕ ਓੰਕਾਰ ਪਰਮੇਸ਼ਰ ਨੂੰ ਸਾਡੀ ਆਦੇਸ਼ ਨਮਸਕਾਰ ਹੈ। ਆਦੇਸ਼ ਤਿਸੈ ਆਦੇਸ਼ ਹੈ। ਬੋਲੇ ਸ੍ਰੀ ਜਗਤੇਸ਼। ਜਗਤ ਦੇ ਈਸ਼ ਗੁਰੂ ਨਾਨਕ ਸਾਹਿਬ ਜੀ ਬੋਲੇ ਵੀ ਗੋਰਖਨਾਥ ਉਸ ਇੱਕ ਓੰਕਾਰ ਪਰਮੇਸ਼ਰ ਨੂੰ ਸਾਡੀ ਆਦੇਸ਼ ਨਮਸਕਾਰ ਹੈ। ਚੌਪਈ ਸਿੱਧ ਸਭ ਬੈਠੇ ਬਚਨ ਅਲਾਏ। ਇਵੇਂ ਸਿੱਧ ਜਿਹੜੇ ਸਾਰੇ ਆ ਕੇ ਬੈਠ ਗਏ, ਸਤਿਗੁਰ ਜੀ ਦੇ ਇਰਦ ਗਿਰਦ ਦੇ ਬਚਨ ਕਹਿਣ ਲੱਗੇ। ਕੈਸੇ ਦੁਰਮਤ ਤਿਆਗੀ ਜਾਏ। ਗੁਰੂ ਨਾਨਕ ਸਾਹਿਬ ਜੀ ਆ ਜਿਹੜੀ ਖੋਟੀ ਮਤ ਬੁੱਧੀ ਹੈ ਇਹ ਕਿਵੇਂ ਛੱਡੀ ਜਾਏ। ਕਿਹ ਬਿਦ ਦੁਨੀਆ ਭੁਤਰ ਤਰਾ। ਜੋ ਇਹ ਸੰਸਾਰ ਨੂੰ ਤਰਨਾ ਬੜਾ ਕਠਿਨ ਹੈ, ਇਹ ਕਠਿਨ ਸੰਸਾਰ ਦੇ ਦੁਨੀਆ ਤੋਂ ਤਰਨਾ ਕਿਸ ਤਰ੍ਹਾਂ ਹੋਵੇ। ਕਿਉਂ ਕਰ ਜੀਵਤ ਜਗ ਮਹਿ ਮਰਾ। ਕਿਵੇਂ ਕਰਕੇ ਜੀਵਤ ਭਾ ਤੋਂ ਇਹ ਸੰਸਾਰ ਵਿੱਚ ਮਰ ਜਾਏ। ਕੈਸੇ ਸੱਚ ਸੋ ਹੋਏ ਪਛਾਨੇ। ਫਿਰ ਜੋ ਸੱਚ ਸਰੂਪ ਵਾਹਿਗੁਰੂ ਹੈ ਕਿ ਉਸ ਦੀ ਕਿਸ ਤਰ੍ਹਾਂ ਪਛਾਣ ਹੋਏ। ਕਿਸ ਪ੍ਰਕਾਰ ਮਗ ਲੈ ਵਹਿ ਜਾਣੇ। ਕਿਸ ਤਰ੍ਹਾਂ ਨਾਲ ਉਸ ਵਾਹਿਗੁਰੂ ਦੀ ਪ੍ਰਾਪਤੀ ਦਾ ਜਿਹੜਾ ਰਸਤਾ ਉਹ ਜਾਣ ਲੇਵੇ ਮਨੁੱਖ। ਉਹ ਤਰਖੀ ਕਬਸੀ ਕਿਹ ਭਾਂਤੀ। ਇਹ ਜਿਹੜੀਆਂ ਮਹਾਰਾਜ ਰਿਖੀਕ ਕਹੀਏ ਇੰਦਰੀਆਂ, ਕਰਮ ਇੰਦਰੀਆਂ, ਗਿਆਨ ਇੰਦਰੀਆਂ, ਉਹ ਕਿਸ ਢੰਗ ਤਰੀਕੇ ਨਾਲ ਵਸ ਹੁੰਦੀਆਂ ਹਨ। ਕਿਹ ਤੇ ਮਾਨਾ ਮਾਨੈ ਸ਼ਾਂਤੀ। ਇਸ ਸਾਧਨ ਨਾਲ ਮਨ ਮੰਨ ਜਾਏ ਤੇ ਸ਼ਾਂਤੀ ਹੋ ਜਾਏ, ਤੇ ਜਾਂ ਵੀ ਕਿਸ ਮਨ ਕਹੀਏ ਮੰਤਰ ਨਾਲ ਮਨ ਮੰਨੇ ਤੇ ਸ਼ਾਂਤੀ ਹੋ ਆਵੇ। ਕੈਸੇ ਰੂਪ ਕਿਤੋ ਵਿਸਤਾਰੂ। ਉਸ ਆਤਮ ਸਰੂਪ ਦਾ ਆਕਾਰ ਕੈਸਾ ਹੈ ਤੇ ਕਿਤਨਾ ਉਸ ਦੇ ਆਤਮ ਸਰੂਪ ਦਾ ਵਿਸਥਾਰ ਫੈਲਾਓ ਹੈ। ਕਰਬੇ ਜੋਗ ਸੋ ਕੌਣ ਆਚਾਰੂ। ਫਿਰ ਮਹਾਰਾਜ ਜੀਵ ਦੇ ਜਿਹੜਾ ਹੈ ਕਰਨ ਯੋਗ ਜਿਹੜਾ ਆਚਾਰ ਕਰਤੱਵ ਹੈ, ਉਹ ਕਿਹੜਾ ਕਰਤੱਵ ਜਿਹੜਾ ਜੀਵ ਦੇ ਕਰਨੇ ਯੋਗ ਲਾਇਕ ਹੈ। ਕਿਹਾ ਤੇ ਆਵੈ ਕਿਸ ਮਹਿ ਜਾਈ। ਕਿੱਥੋਂ ਇਹ ਜੀਵ ਆਤਮਾ ਆਉਂਦਾ ਹੈ ਤੇ ਕਿਸ ਵਿੱਚ ਜੀਵਾ ਚਲਾ ਜਾਂਦਾ ਹੈ। ਕਹਾ ਸਮਾਵਹਿ ਦੇਹੁ ਬਤਾਈ। ਕਿੱਥੇ ਜਾ ਕੇ ਜੀਵ ਸਮਾਉਂਦਾ ਹੈ। ਇਹ ਸਭ ਜੋ ਪ੍ਰਸ਼ਨ ਹੈ ਮਹਾਰਾਜ
ਇਹਨਾਂ ਦੇ ਉੱਤਰ ਦੱਸ ਦਿਓ ਜੀ। ਸੁਨ ਕਰ ਸਿੱਧਨ ਕੀ ਅਸਬਾਨੀ, ਸੁਣ ਕਰਕੇ ਇਹ ਸਾਰੇ ਸਿੱਧਾਂ ਦੀ ਐਸੀ ਬਾਣੀ ਬਚਨ। ਉੱਤਰ ਕਹਿਓ ਤੁਰਤ ਗੁਣ ਖਾਨੀ, ਗੁਣਾਂ ਦੀ ਖਾਨ ਗੁਰੂ ਸਾਹਿਬ ਜੀ ਇਹਨਾਂ ਸਾਰੇ ਪ੍ਰਸ਼ਨਾਂ ਦੇ ਜਿਹੜੇ ਉੱਤਰ ਹੈ ਬੜੀ ਛੇਤੀ ਨਾਲ ਕਹੇ ਹੈ। ਗੁਰਮਤਿ ਲੈ ਦੁਰਮਤ ਤਬ ਦੀਨੀ, ਹੈ ਵੀ ਸਿੱਧੋ ਜਿਹੜੀ ਗੁਰੂ ਦੀ ਮੱਤ ਹੈ ਨਾ, ਗੁਰੂ ਪਾਸੋਂ ਗੁਰੂ ਦੀ ਮੱਤ ਲੈ ਕੇ ਤੇ ਜਿਹੜੀ ਹੈ ਖੋਟੀ ਮੱਤ ਹੈ ਤਦੋਂ ਜਿਹੜੀ ਹੈ ਨਾਸ ਕੀਤੀ ਜਾਂਦੀ ਹੈ, ਨਾਸ ਕਰ ਲਈ ਹੈ। ਦੁਸਤਰ ਤਰੇ ਨਾਮ ਮਤ ਭੀਨੀ, ਨਾਮ ਮੱਤ ਵਿੱਚ ਭਿੱਜ ਜਾਏ ਤੇ ਬੁੱਧੀ ਵਿੱਚ ਨਾਮ ਵਿੱਚ ਬੁੱਧੀ ਭਿੱਜ ਜਾਏ, ਲੀਨ ਹੋ ਜਾਏ। ਇਹ ਜਿਹੜਾ ਸੰਸਾਰ ਇਹੋ ਜੱਗੋ ਦੁੱਤਰ, ਇਹ ਸੰਸਾਰ ਜਿਹੜਾ ਤਰਨਾ ਬੜਾ ਕਠਿਨ ਹੈ, ਬੜਾ ਸੌਖਾ ਹੀ ਤਰ ਸਕਦੇ ਹੋ। ਗੁਰ ਕਾ ਸ਼ਬਦ ਹਿਰਦੇ ਮਹਿ ਧਰਿਆ, ਗੁਰੂ ਕਾ ਸ਼ਬਦ ਉਪਦੇਸ਼ ਜਿਨ੍ਹਾਂ ਨੇ ਹਿਰਦੇ ਵਿੱਚ ਧਰਿਆ ਹੈ, ਰੱਖਿਆ, ਧਾਰਿਆ ਹੈ। ਜੀਵਤ ਮ੍ਰਿਤਕ ਬਾਹਰ ਨਾ ਮਰਿਆ, ਉਹ ਜੀਵਤ ਜਿੰਦੇ ਜੀਵਤ ਭਾਅ ਤੋਂ ਮ੍ਰਿਤੂ ਮਰ ਗਿਆ ਹੈ, ਜਿਸ ਕਰਕੇ ਬਹੁ ਨਹੀਂ ਮਰਿਆ। ਭਗਤ ਕਹਿੰਦੇ ਆ ਨਾ ਮਹਾਰਾਜ, ਐਸੇ ਮਰੋ ਜੇ ਬਹੁਰ ਨਾ ਮਰਨਾ, ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਐਸੇ ਰਹੋ ਜੇ, ਕਹਿੰਦੇ ਵੀ ਉਹ ਗੁਰੂ ਕਰੋ ਜਿਹੜਾ ਫਿਰ ਨਾ ਕਰਨਾ ਪਵੇ, ਐਸਾ ਮਰੋ ਜੀ ਫਿਰ ਨਾ ਮਰਨਾ ਪਵੇ। ਜਿਹੜਾ ਜੀਵਤ ਭਾਅ ਤੋਂ ਮਰ ਗਿਆ ਹੈ ਸਿੱਧੋ, ਉਹ ਫਿਰ ਨਹੀਂ ਕਦੀ ਮਰਿਆ ਹੈ। ਗੁਰਮੁਖ ਲੈ ਵਹ ਸਾਚ ਪਛਾਨੇ, ਗੁਰੂ ਮੁਖ ਤੋਂ ਉਪਦੇਸ਼ ਲੈ ਕੇ ਗੁਰਮੁਖ ਬਣ ਕੇ ਜਿਹੜੇ ਉਪਦੇਸ਼ ਲੈਂਦੇ ਆ ਉਹ ਸੱਚ ਸਰੂਪ ਨੂੰ ਪਛਾਣ ਲੈਂਦੇ ਆ। ਗੁਰਮੁਖ ਖੋਜਤ ਮਗ ਕੋ ਜਾਣੇ, ਗੁਰੂ ਮੁਖ ਤੋਂ ਉਪਦੇਸ਼ ਲੈ ਕੇ ਜਿਹੜੇ ਗੁਰਮੁਖ ਹੋ ਕੇ ਉਸ ਵਾਹਿਗੁਰੂ ਦੇ ਰਸਤੇ ਨੂੰ ਖੋਜਦੇ ਲੱਭਦੇ ਆ, ਉਸ ਪ੍ਰਾਪਤੀ ਦੇ ਰਸਤੇ ਨੂੰ ਜਾਣ ਲੈਂਦੇ, ਢੂੰਡ ਕੇ ਭਾਲ ਕੇ। ਮਨ ਮਾਰੇ ਇੰਦਰੀ ਬਸ ਹੋਈ, ਇਹ ਸਿੱਧੋ ਮਨ ਮਾਰਨ ਦੇ ਨਾਲ, ਮਨ ਦੀਆਂ ਭੈੜੀਆਂ ਮੰਦੀਆਂ ਵਾਸ਼ਨਾ ਮਾਰਨ ਨਾਲ ਇਹ ਇੰਦਰੀਆਂ ਵਸ ਹੋ ਜਾਂਦੀਆਂ। ਭਗਤੀ ਵੀ ਤਾਂ ਹੀ ਹੁੰਦੀ, ਮਨ ਮਾਰੇ ਬਿਨ ਭਗਤ ਨਾ ਹੋਈ। ਜੇ ਮਨ ਵੀ ਨਾ ਮਰੇਗਾ ਭਗਤੀ ਨਹੀਂ ਹੋ ਸਕਦੀ, ਕਿਉਂਕਿ ਇੰਦਰੀਆਂ ਨਹੀਂ ਕੰਟਰੋਲ ਵਿੱਚ। ਜਿੰਨਾ ਚਿਰ ਬਾਹਰ ਦੀਆਂ ਬਿਰਤੀਆਂ ਨਹੀਂ ਕਿਸੇ ਪਾਸੇ ਲੱਗੀਆਂ, ਉਹਨਾਂ ਚਿਰ ਕਿਵੇਂ ਭਗਤੀ ਹੋਏਗੀ। ਇਹ ਮਨ ਹੀ ਮਾਰਿਆ ਜਾਏ, ਇੰਦਰੀਆਂ ਵਸ ਹੋ ਜਾਣਗੀਆਂ, ਆਪੇ ਭਗਤੀ ਹੋ ਜਾਏਗੀ। ਮਨ ਮਾਰੇ ਕਰਕੇ ਹੇ ਸਿੱਧੋ ਇੰਦਰੀਆਂ ਵਸ ਹੁੰਦੀਆਂ ਹਨ। ਮਨ ਤੇ ਮਨ ਮਾਨਤ ਹੈ ਸੋਈ, ਸ਼ੁੱਧ ਮਨ ਤੇ ਮਨ ਮੰਨਦਾ ਹੈ ਤੇ ਮਾਨਤ ਹੈ ਸੋਈਓ ਪਰਮੇਸ਼ਰ। ਸ਼ੁੱਧ ਮਨ ਦੇ ਹੋਣੇ ਕਰਕੇ ਮੰਨਦਾ ਹੈ, ਫਿਰ ਉਹ ਮੰਨ ਜਾਂਦਾ ਪਰਮਾਤਮਾ। ਜਾਂ ਵੀ ਮਨ ਤੇ ਮਨ ਮਾਨਤ, ਗੁਰੂ ਦੇ ਮਨ ਕਹੀਏ ਮੰਤਰ ਤੋਂ ਇਹ ਮਨ ਮੰਨਦਾ ਹੈ। ਕਥਨੇ ਤੇ ਅਕਾਥ ਹਰੂਪਾ, ਉਸ ਵਾਹਿਗੁਰੂ ਦਾ ਜਿਹੜਾ ਸਰੂਪ ਹੈ, ਆਕਾਰ ਹੈ, ਉਹ ਕਥਨੇ ਤੋਂ ਅਕਥ ਹੈ, ਕਹਿਣ ਤੋਂ ਪਰੇ ਹੈ, ਕਥਿਆ ਨਹੀਂ ਜਾ ਸਕਦਾ, ਕਹਿਆ ਨਹੀਂ ਜਾ ਸਕਦਾ। ਨਿਰੰਕਾਰ ਜਿਹ ਚਰਤ ਅਨੂਪਾ, ਕਿਉਂਕਿ ਜਿਸ ਦਾ ਸਰੂਪ ਨਿਰੰਕਾਰ ਹੈ, ਭਾਵ ਆਕਾਰ ਨਹੀਂ ਹੈ ਜਿਸ ਸਰੂਪ ਦਾ, ਉਹਦਾ ਫੈਲਾਅ ਵੀ ਬਹੁਤ ਹੈ। ਉਹਦੇ ਚਰਿਤ ਜਿਹੜੇ ਕੌਤਕ ਹੈ ਉਹ ਵੀ ਅਨੂਪਮ ਸੁੰਦਰ ਉਪਮਾ ਤੋਂ ਰਹਿਤੀ ਹਨ। ਦੋਹਰਾ ਨਿਸ ਦਿਨ ਜਪ ਨਿਰੰਕਾਰ ਕੋ, ਰਾਤ ਦਿਨ ਉਸ ਨਿਰੰਕਾਰ ਪਰਮੇਸ਼ਰ ਦੇ ਤਾਈਂ ਜਪ ਕੇ। ਇਸ ਤੇ ਪਰੇ ਨਾ ਕਾਰ, ਇਸ ਤੋਂ ਰਾਤ ਦਿਨ ਵਾਹਿਗੁਰੂ ਨਿਰੰਕਾਰ ਨੂੰ ਜਪਣਾ ਕਰੀਏ। ਇਸ ਤੋਂ ਪਰੇ ਤੇ ਕੋਈ ਕਾਰ ਕੰਮ ਸੇਵਾ ਹੈ ਨਹੀਂ ਹੈ, ਕੋਈ ਸਾਧਨ ਹੈ ਨਹੀਂ ਹੈ ਵੱਡਾ। ਹੁਕਮੇ ਆਵਹਿ ਜਾਵਈ, ਹੁਕਮ ਪਰਮੇਸ਼ਰ ਦੇ, ਹੁਕਮੀ ਪਰਮੇਸ਼ਰ ਦੇ ਹੁਕਮ ਕਰਕੇ ਜੀਵ ਆਉਂਦਾ ਹੈ ਸਰੀਰ ਵਿੱਚ ਤੇ ਉਹਦੇ ਹੁਕਮ ਕਰਕੇ ਚਲਿਆ ਜਾਂਦਾ ਸਰੀਰ ਤੋਂ ਬਾਹਰ ਹੋ ਕੇ। ਹੁਕਮ ਸਮਾਏ ਵਿਚਾਰ, ਵਿਚਾਰ ਲਓ ਵੀ ਤੇ ਹੁਕਮ ਕਰਕੇ ਸਮਾਇਆ ਰਹਿੰਦਾ ਹੈ ਜੀਵ। ਚੌਪਈ
ਸੁਨ ਗੋਰਖ ਪਨਾ ਬਚਨ ਉਚਾਰੇ। ਇਹ ਸਾਰੇ ਪ੍ਰਸ਼ਨਾਂ ਦੇ ਉੱਤਰ ਸੁਣ ਕੇ ਗੋਰਖਨਾਥ ਨੇ ਫਿਰ ਬਚਨ ਕਹੇ। ਮੇਲੇ ਅਚਲ ਕਚਲਹੁ ਸੰਗਾਰੇ। ਮਹਾਰਾਜ ਇੱਥੇ ਅਚਲ ਬਟਾਲੇ ਮੇਲਾ ਹੈ ਸ਼ਿਵਰਾਤਰੀ ਦਾ। ਮੇਲਾ ਸ਼ਿਵਰਾਤਰੀ ਦਾ ਆ ਰਿਹਾ ਸਤਿਗੁਰੂ ਜੀ, ਅਤੇ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ, ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਅਤੇ ਇਹ ਕਹਿਣ ਲੱਗਾ ਗੋਰਖਨਾਥ ਵੀ ਸਤਿਗੁਰੂ ਜੀ ਇੱਥੇ ਸ਼ਿਵਰਾਤਰੀ ਦਾ ਮੇਲਾ ਲੱਗਦਾ ਅਚਲ ਮੰਦਰ ਵਿੱਚ, ਤੁਸੀਂ ਸਾਡੇ ਨਾਲ ਚੱਲੋ। ਬੁਝਿਓ ਗੁਰੂ ਕੇਤਕ ਸੋ ਦੂਰੰ। ਗੁਰੂ ਸਾਹਿਬ ਜੀ ਉਂਝੀ ਮੌਜ ਵਿੱਚ ਆ ਕੇ ਅਣਜਾਣ ਜਿਹੇ ਬਣ ਕੇ ਪੁੱਛਿਆ ਵੀ ਸਿੱਧੋ ਇੱਥੋਂ ਕਿੰਨਾ ਕੁ ਦੂਰ ਹੈ ਉਹ ਅਚਲ ਮੰਦਰ? ਕਬ ਕੋ ਮੇਲਾ ਹੋਵਹਿ ਪੂਰਨ। ਕਦੋਂ ਉਹ ਜਿਹੜਾ ਸ਼ਿਵਰਾਤਰੀ ਦਾ ਮੇਲਾ ਹੈ ਪੂਰਨ ਕਹੀਏ ਭਰਨਾ ਹੋਵੇਗਾ? ਖਸਟ ਸਹਸ ਹੈ ਪੰਥ ਦੁਹੇਲਾ। ਗੋਰਖਨਾਥ ਬੋਲਿਆ ਮਹਾਰਾਜ ਇੱਥੋਂ ਤੇ ਉਹ 600 ਜਿਹੜਾ ਕੋਹ ਦਾ ਰਸਤਾ ਹੈ ਬੜਾ ਕਠਿਨ ਔਖਾ। ਕਲ ਕੋ ਮੇਲਾ ਹੋਏ ਸਕੇਲਾ। ਕੱਲ੍ਹ ਦੇ ਦਿਨ ਜਿਹੜਾ ਮੇਲਾ ਉਹ ਸ਼ੁਰੂ ਹੋ ਜਾਏਗਾ। ਕੱਲ੍ਹ ਦੇ ਦਿਨ ਸ਼ਿਵਰਾਤਰੀ ਦੇ ਮੇਲੇ ਦਾ ਇਕੱਠ ਹੋਏਗਾ। ਸੁਨ ਗੋਰਖ ਤੁਮ ਅਜ਼ਮਤਵਾਨਾ। ਗੁਰੂ ਸਾਹਿਬ ਜੀ ਕਹਿਣ ਲੱਗੇ ਗੋਰਖਨਾਥਾ ਸਿੱਧਾ ਵੀ ਤੂੰ ਤੇ ਬੜਾ ਤਾਕਤ ਵਾਲਾ ਸ਼ਕਤੀ ਵਾਲਾ ਹੈ। ਉੱਡ ਕਰ ਜਾਹੇ ਬੇਗ ਤਹ ਥਾਨਾ। ਉੱਥੇ ਅਚਲ ਬਟਾਲੇ ਤੇ ਤੁਸੀਂ ਵੀ ਉੱਡ ਕਰਕੇ ਬੜੀ ਛੇਤੀ ਜਿਹੜਾ ਚਲੇ ਜਾਓਗੇ ਪੰਛੀ ਵਾਂਗ। ਹਮ ਤੋ ਮੰਦ ਮੰਦ ਤਹ ਆਵਾ। ਅਸੀਂ ਤੇ ਕੋਈ ਐਸੀ ਸ਼ਕਤੀਆਂ ਵਾਲੇ ਨਹੀਂ, ਇਸ ਕਰਕੇ ਤੁਹਾਡੇ ਪਿੱਛੇ ਹੌਲੀ ਹੌਲੀ ਉੱਥੇ ਆਵਾਂਗੇ ਚੱਲਦੇ। ਜਾਏ ਕਾਲ ਸੋ ਉੱਡ ਕਾ ਜਾਵਾ। ਜਿੰਨੇ ਵੀ ਕੱਲ ਜਾਣਾ ਉਹ ਉੱਡ ਕੇ ਤੁਹਾਡੇ ਵਾਂਗ ਪੰਛੀ ਉਹ ਉੱਡ ਕੇ ਪੰਛੀਆਂ ਵਾਂਗ ਚਲੇ ਜਾਵੇ ਤੁਹਾਡੇ ਵਰਗਾ। ਹਮਰੋ ਤੁਮਰੋ ਸੰਗ ਨਾ ਹੋਈ। ਸਾਡਾ ਤੇ ਤੁਹਾਡਾ ਤੇ ਸੰਗ ਸਾਥ ਨਹੀਂ ਹੋਣਾ ਹੈ। ਸ਼ਗਤ ਅਸਗਤ ਮੇਲ ਨਹਿ ਕੋਈ। ਕਿਉਂਕਿ ਗੋਰਖਨਾਥ ਬਾਕੀ ਭੰਗਰਨਾਥ ਸਾਰੇ ਸਿੱਧੋ ਤੁਸੀਂ ਸ਼ਕਤੀਆਂ ਵਾਲੇ ਹੋ, ਸਾਡੇ 'ਚ ਕੋਈ ਸ਼ਕਤੀ ਨਹੀਂ ਹੈ। ਇਵੇਂ ਸ਼ਕਤੀਆਂ ਵਾਲੇ ਦਾ ਅਤੇ ਅਸ਼ਕਤੀਆਂ ਵਾਲੇ ਦਾ ਕਿਵੇਂ ਮੇਲ ਹੋਏ? ਤੁਹਾਡਾ ਸਾਡਾ ਕੋਈ ਮੇਲ ਨਹੀਂ ਹੈ। ਦੋਹਰਾ ਤੁਮ ਜਬ ਗਏ ਸਮੇਰ ਪਰ। ਉਹ ਫਿਰ ਗੋਰਖਨਾਥ ਬੋਲਿਆ ਚਕੰਨਾ ਜਿਹਾ ਹੋ ਕੇ, ਕਹਿੰਦਾ ਮਹਾਰਾਜ ਜਦੋਂ ਤੁਸੀਂ ਸਮੇਰ ਪਰਬਤ ਉੱਪਰ ਗਏ ਸੀ ਸਾਡੇ ਕੋਲ, ਕੌਸ ਉਡਾਈ ਜੋਰਾ। ਉਦੋਂ ਤੇ ਤੁਸੀਂ ਬੜੀ ਜ਼ੋਰ ਬਲ ਨਾਲ ਜਿਹੜੀ ਆਪਣੀ ਖੜਾਂ ਉਡਾਈ ਸੀ ਅਤੇ ਸਭ ਨੂੰ ਹੀ ਅੰਬਰਧਾਰੇ ਦਿਖਾ ਦਿੱਤੇ ਸਨ। ਸਗਤ ਦਿਖਾਈ ਸਭਨ ਕੋ। ਆਪਣੀ ਜਿਹੜੀ ਸ਼ਕਤੀ ਸੀ ਸਾਰਿਆਂ ਨੂੰ ਦਿਖਾਈ ਸੀ। ਕਹਾਂ ਗਇਓ ਬਲ ਤੋਰਾ। ਨਾਨਕ ਤਬਾ ਜੀ ਹੁਣ ਕੀ ਹੋ ਗਿਆ? ਕਿੱਥੇ ਤੁਹਾਡਾ ਉਹ ਬਲ ਚਲਾ ਗਿਆ? ਤਾਕਤ ਕਿੱਥੇ ਚਲੀ ਗਈ ਹੈ? ਚੌਪਈ ਹਰੀ ਗਈ ਕਿਉਂ ਸ਼ਕਤ ਤੁਮਾਰੀ। ਇਹ ਤੁਹਾਡੀ ਕਿਵੇਂ ਜਿਹੜੀ ਸ਼ਕਤੀ ਹੈ ਉਹ ਨਾਸ ਹੋ ਗਈ ਹੈ? ਕਰ ਕੈ ਬਾਦ ਕਾਹੇ ਟਿਗਹਾਰੀ। ਜਾਂ ਫਿਰ ਤੁਸਾਂ ਨੇ ਕਿਸੇ ਨਾਲ ਬਾਅਦ ਚਰਚਾ ਕੀਤੀ ਤੇ ਚਰਚਾ ਕਰਕੇ ਆਪਣੀ ਸ਼ਕਤੀ ਜਿਹੜੀ ਹਾਰ ਹੰਬ ਗਏ ਹੋ। ਸ੍ਰੀ ਗੁਰ ਕਹਾ ਨਾ ਮੋਹਿ ਉਡਾਈ। ਕਾਹੇ ਢਿਗਹਾਰੀ ਵੀ ਜਾਂ ਕਿਸੇ ਕੋਲ ਤੁਸੀਂ ਆਪਣੀ ਜਿਹੜੀ ਸ਼ਕਤੀ ਹੈ ਚਰਚਾ ਕਰਕੇ ਹਾਰ ਗਏ ਹੋ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਗੋਰਖਨਾਥ ਉਸ ਵੇਲੇ ਜਿਹੜੀ ਖੜਾਂ ਡਾਈ ਸੀ ਉਹ ਅਸਾਂ ਨੇ ਥੋੜ੍ਹਾ ਆਪਣੀ ਤਾਕਤ ਨਾਲ ਉਡਾਈ ਸੀ। ਸ੍ਰੀ ਪਰਮੇਸ਼ਰ ਤਬਹ ਚਲਾਈ। ਉਹ ਤੇ ਸ਼੍ਰੋਮਣੀ ਪਰਮੇਸ਼ਰ ਪ੍ਰਮਾਤਮਾ ਨੇ ਤਦੋਂ ਚਲਾਈ ਉਹ ਉਡਾਈ ਸੀ ਖੜਾਂ। ਨਰ ਮਹ ਸਕਤ ਨਾ ਕਾਸੇ ਹੋਈ। ਅਸੀਂ ਹੁਣ ਮਨੁੱਖ ਹਾਂ ਤੇ ਮਨੁੱਖ ਵਿੱਚ ਤੇ ਇਸ ਤਰ੍ਹਾਂ ਕਿਸੇ ਤਰ੍ਹਾਂ ਵੀ ਸ਼ਕਤੀ ਨਹੀਂ ਹੁੰਦੀ। ਏਕ ਨਿਰੰਜਨ ਸਭ ਕੋ ਜੋਈ। ਸਿੱਧੋ ਜਿਹੜਾ ਏਕ ਨਿਰੰਜਨ ਸ਼ੁੱਧ ਬ੍ਰਹਮ ਪਰਮੇਸ਼ਰ ਸਾਰੀਆਂ ਸ਼ਕਤੀਆਂ ਉਹਦੇ ਕੋਲ ਹੀ ਹੈ। ਜੋ ਵਾਹਿਗੁਰੂ ਹੈ ਨਾ ਸਭ ਸ਼ਕਤੀਆਂ ਦਾ ਮਾਲਕ ਉਹੀ ਹੈ। ਸੋਈ ਹਮਕੋ ਜਬਾ ਉਡਾਵਾ। ਉਹ ਪਰਮੇਸ਼ਰ ਨਿਰੰਜਨ ਸ਼ੁੱਧ ਸਰੂਪ ਜਦੋਂ ਸਾਨੂੰ ਆਪਣੀ ਸ਼ਕਤੀ ਨਾਲ ਉਡਾਵੇਗਾ। ਚੱਲੀਏ ਤੁਮ ਪਿੱਛੇ ਹਮ ਆਵਾ। ਜਦੋਂ ਉਡਾਵੇਗਾ ਉਦੋਂ ਅਸੀਂ ਉੱਡ ਜਾਵਾਂਗੇ।
ਹੁਣ ਤੁਸੀਂ ਜਿਹੜਾ ਸਾਡੇ ਤੁਸੀਂ ਸ਼ਕਤੀਆਂ ਵਾਲੇ ਹੋ, ਸ਼ਕਤੀਆਂ ਨਾਲ ਚੱਲੀਏ ਅੱਗੇ ਅੱਗੇ, ਪਿੱਛੇ ਪਿੱਛੇ ਅਸੀਂ ਆਵਾਂਗੇ ਤੁਹਾਡੇ। ਸੁਨ ਸਿੱਧਨ ਸਭ ਲੀਨ ਉਡਾਰੀ। ਸਤਿਗੁਰ ਜੀ ਤੋਂ ਇਵੇਂ ਸੁਣ ਕੇ ਵੀ ਸਿੱਧਾਂ ਨੂੰ ਤੇ ਪੂਰਾ ਵੀ ਸਾਡੇ ਸ਼ਿਵ ਜੀ ਭਗਵਾਨ ਦਾ ਇਵੇਂ ਸਮਾਗਮ ਮੇਲਾ ਤੇ ਜਾਣਾ ਹੀ ਜਾਣਾ, ਜੋ ਮਰਜ਼ੀ ਹੋ ਜੇ। ਸੁਣ ਕੇ ਸਿੱਧਾਂ ਨੇ ਪੰਛੀ ਵਾਂਗ ਉਡਾਰੀ ਲਈ ਉੱਡ ਪਏ ਆ। ਗਮਨੇ ਤੂਰਨ ਇੱਛਾਚਾਰੀ। ਜੋ ਆਪਣੀ ਸਵੈ ਇੱਛਾ ਅਨੁਸਾਰ ਵਿਚਰਨ ਵਾਲੇ, ਜਿੱਥੇ ਇੱਛਾ ਕਰੇ ਜਾਣ ਵਾਲੇ ਹੈ, ਇਹ ਬੜੀ ਛੇਤੀ ਚਲੇ ਗਏ। ਕਿਤਕ ਕਾਲ ਪਿਛੇ ਜਗ ਸਾਈ। ਕੁਝ ਕੁ ਸਮੇਂ ਪਿੱਛੋਂ ਜੋ ਸੰਸਾਰ ਦੇ ਸਾਈਂ ਗੁਰੂ ਨਾਨਕ ਸਾਹਿਬ ਜੀ ਹੈ, ਪਹੁੰਚੇ ਪੁਰਾ ਜਾਏ ਤਿਸ ਥਾਈ। ਮਹਾਰਾਜ ਵੀ ਉੱਥੇ ਜਾ ਪਹੁੰਚੇ। ਪਹਿਲਾਂ ਹੀ ਮਹਾਰਾਜ ਗਏ ਤੇ ਪਿੱਛੋਂ ਉਹਨਾਂ ਤੋਂ, ਪਰ ਜਾ ਪਹਿਲਾਂ ਹੀ ਪਹੁੰਚੇ ਹੈ। ਉੱਚੇ ਥਲ ਇੱਕ ਅਚਲ ਮਝਾਰੀ। ਅਚਲ ਮਝਾਰੀ, ਉੱਥੇ ਕਹਿੰਦੇ ਜਿਹੜਾ ਇੱਕ ਉੱਚਾ ਸੋਹਣਾ ਥਾਂ ਜਿੱਥੇ ਮਹਾਰਾਜ ਸਿੱਧਾਂ ਨਾਲ ਗੋਸ਼ਟ ਹੋਈ ਹੈ, ਉੱਥੇ ਉਹ ਸਥਾਨ ਵੀ ਹੁਣ ਹੈਗਾ ਥੜਾ ਸਾਹਿਬ। ਐਵੇਂ ਇੱਕ ਜਿਹੜਾ ਅਚਲ ਮੰਦਰ ਦੇ ਪਾਸੇ ਇੱਕ ਥੜਾ ਜਿਹਾ ਹੈ ਸੀ, ਮਹਾਰਾਜ ਉਸ ਥਾਂ ਜਾ ਬੈਠੇ। ਇਹ ਪਰ ਬੈਠ ਸਹਾਵਤ ਭਾਰੀ। ਭਾਰੀ ਸਤਿਗੁਰੂ ਜੀ ਉਸ ਥੜੇ ਉੱਪਰ ਬੈਠ ਕਰਕੇ ਸੋਭਨੀਕ ਹੋਰ ਇੱਕ ਪਾਸੇ ਜੇ ਹੋਏ ਹੋਏ। ਪਿੱਛੇ ਸਿੱਧ ਤਹਾਂ ਸਭ ਆਏ। ਇੱਧਰ ਜਿਹੜੇ ਸਿੱਧ ਪਿੱਛੋਂ ਉਹ ਵੀ ਉੱਥੇ ਆ ਪਹੁੰਚੇ ਐ। ਦੇਖਾ ਦੇਸ ਆਦੇਸ ਲਾਏ। ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਵੀ ਤੇ ਪਹਿਲਾਂ ਹੀ ਆ ਗਏ ਤੇ ਦੇਖ ਕੇ ਕਹਿੰਦੇ ਤੁਹਾਨੂੰ ਮਹਾਰਾਜ, ਤੁਹਾਨੂੰ ਆਦੇਸ਼ ਹੈ, ਤੁਹਾਨੂੰ ਆਦੇਸ਼ ਹੈ, ਨਮਸਕਾਰ ਇਵੇਂ ਕਿਹਾ ਹੈ। ਦੋਹਰਾ ਕਹਿਓ ਕਿ ਇਸਤੀ ਤੂੰ ਵੱਡਾ। ਐਵੇਂ ਸਿੱਧਾਂ ਨੇ ਔਖਿਆਂ ਜਿਹਾ ਹੋ ਕੇ ਕਿਹਾ, ਮਾੜਾ ਜਿਹਾ ਅੰਦਰੋਂ ਅੰਦਰ ਹੀ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਤੁਸੀਂ ਨੇ ਬੜੇ ਇਸ਼ਟੀ ਵੱਡੇ ਜਾਦੂਗਰ ਹੋ। ਟਾਮਨ ਕਰਤ ਬਣਾਏ। ਹੈ ਬਣਾ ਸਵਾਰ ਕੇ ਟੂਣੇ ਕਰਦੇ ਹੋ ਸਾਡੇ ਉੱਪਰ। ਹੋ ਤੋ ਪਛੇਰੇ ਸਭਨ ਤੇ। ਕਿਉਂਕਿ ਤੁਸੀਂ ਸਾਰਿਆਂ ਤੋਂ ਸਾਡੇ ਤੋਂ ਪਿੱਛੇ ਹੈਗੇ ਸੀ। ਪੂਰਬ ਪਹੁੰਚੇ ਧਾਏ। ਬੜੀ ਛੇਤੀ ਦੌੜ ਕੇ ਪਹਿਲਾਂ ਆ ਪਹੁੰਚੇ ਹੋ ਇੱਥੇ। ਚੌਪਈ ਇਸ਼ਟ ਹਮਾਰਾ ਏਕੰਕਾਰਾ। ਜਦੋਂ ਨਾ ਕਹਿ ਤੁਸੀਂ ਬੜੇ ਇਸ਼ਟੀ ਹੋ ਤੇ ਭਾ ਜਾਦੂਗਰ ਹੋ, ਮਹਾਰਾਜ ਕਹਿੰਦੇ ਸਿੱਧੋ ਸਾਡਾ ਜਿਹੜਾ ਇਸ਼ਟ ਹੈ ਨਾ, ਸਾਡਾ ਜੋ ਜਾਦੂ ਹੈ, ਉਹ ਤੇ ਇੱਕ ਓਂਕਾਰ ਪਰਮੇਸ਼ਰ ਪਰਮਾਤਮਾ ਹੈ। ਗੁਰ ਕੇ ਸ਼ਬਦ ਕਰਿਓ ਨਿਸਤਾਰਾ। ਸਾਡਾ ਪਿਆਰਾ, ਸਾਡਾ ਇਸ਼ਟ, ਸਾਡਾ ਪੂਜਨਿਕ ਇੱਕ ਓਂਕਾਰ ਹੈ। ਤੇ ਉਸ ਇੱਕ ਓਂਕਾਰ ਉਹੀ ਸਾਡਾ ਗੁਰੂ ਹੈ। ਉਸ ਗੁਰੂ ਦੇ ਸ਼ਬਦ ਕਰਕੇ ਸਾਡਾ ਨਿਸਤਾਰਾ ਹੋਇਆ। ਵੱਡੀ ਤਾਕਤ ਵਾਲਾ ਕੀਤਾ ਉਸਨੇ। ਸ਼ੰਭਨਾਥ ਹੈ ਦੁਰਮਤ ਭੀਨਾ। ਗੋਰਖਨਾਥਾ ਜਿਹੜਾ ਤੇਰਾ ਸ਼ੰਭੂਨਾਥ ਸਿੱਧ ਹੈ ਨਾ, ਇਹਦੀ ਤੇ ਖੋਟੀ ਮੱਤ ਹੈ, ਬੜੀ ਖੋਟੀ ਮੱਤ ਵਿੱਚ ਹੀ ਲੀਨ ਰਹਿੰਦਾ, ਭਿੱਜਾ ਰਹਿੰਦਾ ਹੈ। ਬਿਨ ਕਰਤਾਰ ਆਨ ਮਤ ਲੀਨਾ। ਵਾਹਿਗੁਰੂ ਕਰਤਾਰ ਦੇ ਸਿਮਰਨ ਭਜਨ ਤੋਂ ਬਿਨਾਂ, ਉਹਦੇ ਡਰ ਭੈ ਤੋਂ ਬਿਨਾਂ ਇਹਨੇ ਹੋਰ ਹੀ ਮੱਤ ਲਿਆ ਹੋਇਆ ਹੈ। ਭਾਵ ਰਿੱਧੀਆਂ ਸਿੱਧੀਆਂ ਦੇ ਚੱਕਰਾਂ 'ਚ ਪਿਆ ਹੋਇਆ, ਇੱਧਰ ਨਹੀਂ ਆਉਂਦਾ ਸੱਚੇ ਮਾਰਗ ਵੱਲ। ਸਭ ਸਿੱਧਨ ਨਿਜ ਆਸਨ ਲਾਏ। ਉਸ ਵੇਲੇ ਸਾਰੇ ਸਿੱਧਾਂ ਨੇ ਜਿਹੜੇ ਆਪਣੇ ਆਸਣ ਲਾ ਲਏ ਐ। ਲੋਕਨ ਤੇ ਬਹੁ ਪੂਜ ਕਰਾਏ। ਲੋਕਾਂ ਤੋਂ ਬਹੁਤ ਹੀ ਜਿਹੜੀ ਹੈ ਨਾ ਆਪਣੀ ਪੂਜਾ ਕਰਾਈ ਜਾਂਦੇ, ਮੱਥੇ ਟਿਕਵਾਈ ਜਾਂਦੇ, ਬਟਾਲੇ ਸ਼ਹਿਰ ਲਾਗੇ। ਸ੍ਰੀ ਗੁਰ ਕੀ ਮਨਤਾ ਬਹੁ ਹੋਈ। ਇੱਧਰ ਗੁਰੂ ਸਾਹਿਬ ਜੀ ਬੜੇ ਮਹਾਨ ਹੈ, ਜਿਸ ਕਰਕੇ ਮਹਾਰਾਜ ਵੀ ਇੱਕ ਪਾਸੇ ਬੈਠੇ ਸਨ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਵਾਹਿਗੁਰੂ ਦਾ ਭਗਤ ਜਿਹੜਾ ਉਹ ਪ੍ਰਗਟ ਹੀ ਹੈ, ਛਪਦਾ ਨਹੀਂ, ਸ਼ੁਭਦਾ ਨਹੀਂ, ਲੁਕਦਾ ਨਹੀਂ। ਤੇ ਗੁਰੂ ਮਹਾਰਾਜ ਤੇ ਹੁਣ ਆਪ ਪਰਮੇਸ਼ਰ ਹੈ। ਗੁਰੂ ਕਿੱਥੋਂ ਛੁਪ ਸਕਦੇ ਹੈ। ਜਦੋਂ ਗੁਰੂ ਸਾਹਿਬ ਜੀ ਇੱਕ ਪਾਸੇ ਬੈਠੇ ਆ ਤੇ ਮਹਾਰਾਜ ਜੀ ਦੀ ਬੜੀ ਮੰਨਤਾ ਪੂਜਣਾ ਹੋਈ। ਸਿੱਧ ਬਿਲੋਕ ਗਏ ਜਲ ਸੋਈ। ਇਹ ਜਿਹੜੇ ਸਿੱਧ ਗੁਰੂ ਜੀ ਦੀ ਪੂਜਾ ਪ੍ਰਤਿਸ਼ਠਾ ਸਤਿਕਾਰ ਵੇਖ ਕੇ ਸਾਰੇ ਸੜ ਮੱਚ ਗਏ। ਮੇਲਾ ਬਿਸ਼ਰਾ ਗਇਓ ਜਿਸ ਬੇਰੇ। ਜਿਸ ਵੇਲੇ ਸ਼ਿਵਰਾਤਰੀ ਦਾ ਮੇਲਾ ਸਾਰਾ ਵਿਛੜ ਗਿਆ। ਸਿੱਧ ਭਏ ਸਭ ਆਪਣੇ ਡੇਰੇ। ਦੁਬਾਰਾ ਪੜ੍ਹ। ਸਿੱਧ ਗਏ ਸਭ ਆਪਣੇ ਡੇਰੇ। ਸਾਰੇ ਸਿੱਧ ਜਿਹੜੇ ਆਪੋ ਆਪਣੇ ਟਿਕਾਣਿਆਂ ਤੇ ਚਲੇ ਗਏ।
ਅਸਲ ਵਿੱਚ ਇਸ ਪ੍ਰਸੰਗ ਕਵੀ ਜੀ ਨੇ ਅਜੇ ਸੰਖੇਪ ਵਿੱਚ ਲਿਖਿਆ। ਅੱਗੇ 39ਵਾਂ ਜਿਹੜਾ ਪ੍ਰਸੰਗ ਆਏਗਾ 16ਵੇਂ ਅੰਕ ਤੋਂ ਸ਼ੁਰੂ ਹੋਏਗਾ, ਉੱਥੇ ਵਿਸਥਾਰ ਨਾਲ ਇਹ ਸਾਖੀ ਲਿਖੀ ਹੋਈ ਹੈ, ਅੱਗੇ ਆਈ ਜਾਣੀ ਵਿਸਥਾਰ ਨਾਲ। ਉਹ ਗੱਲ ਕੀ ਹੋਈ ਸੀ, ਭਾਈ ਗੁਰਦਾਸ ਜੀ ਨੇ ਇੱਥੇ ਜਿਹੜਾ ਇਹ ਪ੍ਰਸੰਗ ਭਾਵੇਂ ਥੋੜ੍ਹਾ ਲਿਖਿਆ, ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵਿਸਥਾਰ ਨਾਲ ਲਿਖਿਆ ਹੈ। ਅਤੇ ਉਹ ਆਉਂਦਾ ਹੈ, ਐਵੇਂ ਵਾਰ ਆਉਂਦੀ ਹੈ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ, ਲੱਗੀ ਬਰਸਣ ਲਛਮੀ ਰਿੱਧ ਸਿੱਧ ਨੌ ਰਿੱਧ ਸਵਾਈ, ਜੋਗੀ ਵੇਖ ਚਲਿੱਤਰ ਨੌ ਮਨ ਵਿੱਚ ਰਿਸਕ ਘਨੇਰੀ ਖਾਈ, ਭਗਤੀਆਂ ਪਾਈ ਭਗਤ ਆਨ ਲੋਟਾ ਜੋਗੀ ਲਿਆ ਛਪਾਈ, ਭਗਤੀਆਂ ਗਈ ਭਗਤ ਭੁੱਲ ਲੋਟੇ ਅੰਦਰ ਸੁਰਤ ਭੁਲਾਈ, ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ, ਵੇਖ ਚਰਿੱਤਰ ਜੋਗੀ ਖੁਣਸਾਈ। ਵੇਖ ਕੇ ਗੁਰੂ ਦਾ ਚਰਿੱਤਰ ਕੌਤਕ ਜੋਗੀਆਂ ਨੇ ਈਰਖਾ ਕੀਤੀ। ਉਹ ਕੀ ਸੀ ਵੀ ਭਗਤੀ ਜਿਹੜੇ ਸਨ ਨਾ, ਉਹ ਕ੍ਰਿਸ਼ਨ ਅਤੇ ਰਾਧਾ ਬਣ ਕੇ ਰਾਸ ਪਾ ਰਹੇ ਸਨ ਇੱਥੇ ਅਚਲ ਬਟਾਲੇ ਉਹ ਮੇਲੇ ਵਿੱਚ ਹੀ। ਜਦੋਂ ਰਾਸ ਪਾ ਰਹੇ ਸਨ ਅਤੇ ਇੱਧਰੋਂ ਸਿੱਧਾਂ ਦੇ ਜਿਹੜੇ ਲੋਕ ਪੂਜਣ ਔਰ ਇੱਧਰੋਂ ਹਟ ਕੇ ਅਤੇ ਇੱਧਰ ਆਉਣਾ ਸ਼ੁਰੂ ਨਾ ਕਰ ਦਿੱਤਾ। ਅਤੇ ਜਦੋਂ ਇੱਧਰ ਆਉਣੇ ਸ਼ੁਰੂ ਹੋ ਕਰਕੇ ਹੋਣ ਲੱਗੇ ਆਉਣੇ, ਇੱਧਰ ਬਹੁਤੇ ਰਾਸ ਵੇਖਣ ਡਹਿ ਪਏ, ਲੱਗੇ ਬਰਸਣ ਲਛਮੀ। ਉੱਥੇ ਤਾਂ ਕਹਿੰਦੇ ਵੀ ਲਛਮੀ ਵਰਸਣ ਲੱਗੀ, ਉਹਨਾਂ ਦੇ ਗੋਲਕ ਠੂਠੇ ਜਿਹੇ ਤੇ ਪੈਸੇ ਤੇ ਪੈਸਾ ਵਰਨ ਲੱਗਾ। ਇੱਧਰ ਜੋਗੀਆਂ ਨੂੰ ਬੜਾ ਆਖਿਆਈ ਜੀ ਹੋਈ ਸਿੱਧਾਂ ਨੂੰ ਵੀ ਸਾਡੇ ਵੱਲੋਂ ਹਟ ਕੇ ਲੋਕ ਉੱਧਰ ਜਾਈ ਜਾਂਦੇ, ਜੋਗੀ ਵੇਖ ਚਲਿੱਤਰ ਨੋ ਮਨ ਵਿੱਚ ਰਿਸਕ ਘਨੇਰੀ ਖਾਈ। ਵੀ ਆਹ ਭਗਤੀਆਂ ਨੇ ਰਾਸ ਪਾਉਣ ਵਾਲਿਆਂ ਬੜਾ ਇੱਥੇ ਜਿਹੜਾ ਖਲਾਰਾ ਪਾ ਕੇ ਬਹਿ ਗਏ, ਸਾਨੂੰ ਕੋਈ ਪੁੱਛ ਨਹੀਂ ਰਿਹਾ ਵੀ ਇਹਦਾ ਕੁਝ ਕਰਨਾ ਚਾਹੀਦਾ ਹੈ। ਫਿਰ ਉਹ ਭੰਗਰ ਨਾਥ ਨੇ ਇਸ਼ਾਰਿਆਂ 'ਚ ਕਰ ਕੁਰ ਕੇ ਸਿੱਧਾਂ ਵਿੱਚ ਕਿਤੇ ਉਹ ਲੋਟਾ ਲਿਆ ਫੜ ਕੇ ਅਤੇ ਇਹ 'ਚ ਸ਼ਕਤੀ ਸੀ ਆਪਣੀ ਸਿੱਧੀ ਨਾਲ ਇਹਨੇ 700 ਕੋਹ ਦੇ ਕਈ ਸੱਤਵੇਂ ਆਕਾਸ਼ ਵਿੱਚ ਵੀ ਕਹਿੰਦੇ ਹੈ, ਅੱਗੇ ਇੱਥੇ 200 ਕੋਹ ਆ ਜਾਣਾ ਹੈ। ਇਵੇਂ ਕਾਫੀ ਇਹਨੇ ਆਕਾਸ਼ ਦੇ ਵਿੱਚ ਉਹ ਲੋਟਾ ਜਿਹੜਾ 700 ਕੋਹ ਕਹਿੰਦੇ ਵੀ ਉੱਥੇ ਇਹਨੇ ਆਪਣਾ ਲੋਟਾ ਜਿਹੜਾ ਲੁਕਾ ਦਿੱਤਾ ਆਕਾਸ਼ ਵਿੱਚ। ਫਿਰ ਉਹ ਜਿਹੜੇ ਵਿਚਾਰੇ ਰਾਸ ਪਾ ਰਹੇ ਸਨ, ਉਹ ਧਿਆਨ ਤਾਂ ਸਭ ਦਾ ਹੀ ਹੁੰਦਾ ਵੀ ਇੱਥੇ ਗੋਲਕ ਸਾਡੀ ਭਰਦੀ ਕਿ ਨਹੀਂ ਭਰਦੀ। ਜਦੋਂ ਲੋਟਾ ਲੁਕਾ ਲਿਆ, ਭਗਤੀਆਂ ਪਾਈ ਭਗਤਾਨ ਲੋਟਾ ਜੋਗੀ ਲਿਆ ਛਪਾਈ, ਭਗਤੀਆਂ ਗਈ ਭਗਤ ਭੁੱਲ ਲੋਟੇ ਅੰਦਰ ਸੁਰਤ ਭੁਲਾਈ। ਉਹ ਭਗਤੀਆਂ ਨੂੰ ਤਾਂ ਭਗਤੀ ਭੁੱਲ ਗਈ, ਉਹ ਰਾਸ ਭੁੱਲ ਗਈ। ਹੁਣ ਕਿਹੜਾ ਰਾਸ ਪਾਵੇ, ਜਿਹਦੇ ਕਰਕੇ ਪਾ ਰਹੇ ਸਨ ਉਹਦੇ ਰਹੀ ਨਹੀਂ ਉੱਥੇ, ਲੋਟੇ ਅੰਦਰ ਹੀ ਸਾਰੀ ਸੁਰਤ ਭੁਲਾ ਦਿੱਤੀ। ਗੁਰੂ ਸਾਹਿਬ ਜੀ ਸਭ ਕੁਝ ਜਾਣਦੇ ਸੀ ਵੀ ਇਹ ਭੰਗਰ ਨਾਥ ਦੀ ਸ਼ੈਤਾਨੀ ਹੈ, ਉਹਨੇ ਚਲਾਕੀ ਕੀਤੀ ਹੈ। ਜਿਵੇਂ ਬਾਬਾ ਸ਼੍ਰੀ ਚੰਦ ਜੀ ਨੇ ਕਹਿੰਦੇ ਬਾਂਹ ਆਪਣੀ ਲੰਮੀ ਕੀਤੀ ਸੀ ਨਾ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਜੋ ਆਜਾਨ ਬਾਹੋ ਬਹੁਤ ਲੰਬੀਆਂ ਦੀਰਘ ਬਾਜੂ ਵਾਲੇ ਮਹਾਰਾਜ, ਬਾਂਹ ਆਪਣੀ ਤਾਂ ਨੂੰ ਕੀਤੀ 700 ਕੋਹ ਲੰਮੀ। ਉਹ ਲੋਟਾ ਜਿਹੜਾ ਜਿੱਥੇ ਲੁਕਾਇਆ ਸੀ ਕੱਢ ਕੇ ਮਾਰ ਲਿਆ ਰੱਖਿਆ। ਉਹ ਭਗਤੀਆਂ ਸਾਹਮਣੇ ਜਿਹੜੇ ਰਾਸ ਪਾ ਰਹੇ ਸਨ। ਅਤੇ ਭਾਈ ਗੁਰਦਾਸ ਜੀ ਲਿਖਦੇ ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ, ਵੇਖ ਚਰਿੱਤਰ ਜੋਗੀ ਖੁਣਸਾਈ। ਜੋਗੀ ਇਹਨਾਂ ਨੇ ਜਦੋਂ ਵੇਖਿਆ ਨੂੰ ਬੜੀ ਈਰਖਾ ਜੀ ਜਾਗੀ, ਬੜੇ ਮੱਚੇ ਵੀ ਆਹ ਰੰਗ 'ਚ ਭੰਗ ਇਹਨਾਂ ਹੀ ਪਾਈ ਹੈ। ਉਹ ਭੰਗਰ ਨਾਥ ਵੀ ਕਹਿੰਦਾ ਹੈ ਨਾ ਅੱਗੇ ਕਿ ਤੁਸਾਂ ਨੇ ਕੀ ਕਰਤਾ ਜੀ, ਤੁਸਾਂ ਨੇ ਤੇ ਪੁੱਛੇ ਜੋਗੀ ਭੰਗਰ ਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ। ਤੁਸੀਂ ਤਾਂ ਕਹਿੰਦੇ ਦੁੱਧ ਵਿੱਚ ਕਾਂਜੀ ਪਾ ਕੇ ਰੱਖਦੀ ਆ ਕੇ। ਭੰਗਰ ਨਾਥ ਐਵੇਂ ਬੜੇ ਉਹ ਦਿੰਦਾ ਪ੍ਰਮਾਣ ਜੇ ਆਪਣੇ ਵੱਲੋਂ। ਅਤੇ ਗੁਰੂ ਸਾਹਿਬ ਜੀ ਫਿਰ ਉੱਥੇ ਜਿਵੇਂ ਉਹਨੂੰ ਸਮਝਾਉਂਦੇ ਉਹ ਵਾਰ ਵਿੱਚ ਸਾਰਾ ਆਉਂਦਾ। ਅੱਗੇ ਪ੍ਰਸੰਗ ਵਿਸਥਾਰ ਨਾਲ ਆਏਗਾ ਜਦੋਂ 39ਵਾਂ ਪ੍ਰਸੰਗ ਆਏਗਾ। ਇੱਥੇ ਉਹ ਵਿਸਥਾਰ ਨਾਲ ਨਹੀਂ ਲਿਖਿਆ, ਟੂਕ ਮਾਤਰ ਹੀ ਕਵੀ ਜੀ ਨੇ ਲਿਖਿਆ ਸੀ, ਜਿਸ ਕਰਕੇ ਵੀ ਸਿੱਧ ਗਏ ਆਪਣੇ ਸਭ ਡੇਰੇ। ਇਹ ਸਾਰਾ ਜਦੋਂ ਕੌਤਕ ਹੋ ਗਿਆ, ਈਰਖਾ ਕੀਤੀ, ਕੋਈ ਬਘਿਆੜ ਬਣ ਗਿਆ, ਕੋਈ ਸੱਪ, ਕੋਈ ਸ਼ੇਰ, ਕੋਈ ਖੱਲਾਂ ਡਾਈ ਫਿਰੇ, ਕੋਈ ਮੁੰਦਰਾਂ ਡਾਈ ਫਿਰੇ, ਇਹਨਾਂ ਬੜਾ ਕੁਝ ਕੀਤਾ।
ਜਦੋਂ ਮਹਾਰਾਜ ਨਾ ਡਰੇ ਤੇ ਫਿਰ ਬਹਿ ਗਏ ਸਨ ਰਮਾਨ ਨਾਲ। ਐਵੇਂ ਸਿੱਧ ਆਪੋ ਆਪਣੇ ਡੇਰਿਆਂ ਟਿਕਾਣਿਆਂ ਵਿੱਚ ਚਲੇ ਗਏ। ਮੁਝ ਬੂਝਿਓ ਗੁਰ ਚਲਨੇ ਹਿਤ ਕੋ। ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਜੀ ਨੇ ਮੈਨੂੰ ਪੁੱਛਿਆ ਫਿਰ ਵੀ ਚੱਲਣ ਵਾਸਤੇ। ਲੈਨਾ ਸੰਗ ਮਰਦਾਨੇ ਸਤ ਕੋ। ਕਿ ਭਾਈ ਬਾਲਾ ਆਪਾਂ ਮਰਦਾਨੇ ਦੇ ਸਪੁੱਤਰ ਸ਼ਹਿਜ਼ਾਦੇ ਨੂੰ ਤਲਵੰਡੀ ਨਗਰੋਂ ਨਾਲ ਲੈਣਾ ਹੈ। ਇਵੇਂ ਨਾਲ ਲੈਣ ਵਾਸਤੇ ਭਾਈ ਮਰਦਾਨੇ ਦੇ ਪੁੱਤਰ ਨੂੰ ਦੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਪੁੱਛਿਆ ਵੀ ਆਪਾਂ ਚੱਲੀਏ ਹੁਣ ਤਲਵੰਡੀ ਨਗਰ। ਚਲੋ ਅਬਾ ਤਲਵੰਡੀ ਮਾਹੀ। ਭਾਈ ਬਾਲਾ ਚਲੋ ਹੁਣ ਆਪਾਂ ਤਲਵੰਡੀ ਨਗਰ ਵਿੱਚ ਚੱਲੀਏ ਆਪਣੇ ਪਿੰਡ। ਖੁਰਮੇ ਨਗਰ ਪਹੁੰਚਾਵਹਿ ਤਾਹੀ। ਪਹੁੰਚਾਵ ਨਹੀਂ ਪੁੱਛਾਵ ਹੈ। ਜੋ ਉਸ ਭਾਵ ਭਾਈ ਮਰਦਾਨੇ ਦੇ ਪੁੱਤਰ ਸ਼ਹਿਜ਼ਾਦੇ ਨੂੰ ਖੁਰਮੇ ਨਗਰ ਵਿੱਚ ਪਹੁੰਚਾ ਦਈਏ। ਦਾ ਸਿਰ ਪਾਓ ਬਿਠਾਏ ਭਲੇਰੇ। ਚੰਗਾ ਜਿਹੜਾ ਸਰੋਪਾ ਦੇ ਕੇ ਤੇ ਭਾਈ ਮਰਦਾਨਾ ਜੀ ਦੀ ਜਿਹੜੀ ਗੱਦੀ ਤੇ ਉਹਦੇ ਪੁੱਤਰ ਨੂੰ ਬਿਠਾ ਦਈਏ। ਇਸ ਬਿਦ ਕਰਨ ਭਾਰ ਸਿਰ ਮੇਰੇ। ਭਾਈ ਬਾਲਾ ਇਸ ਤਰ੍ਹਾਂ ਜਿਹੜਾ ਕਾਨਾ ਸਾਡੇ ਸਿਰ ਭਾਰ ਹੈ, ਭਾਵ ਸਾਡੇ ਉੱਪਰ ਬੋਝ ਹੈ। ਅਸੀਂ ਜੁਮਾ ਰਿਹਾ ਬਚਨ ਦਿੱਤਾ ਹੈ ਭਾਈ ਮਰਦਾਨੇ ਨੂੰ ਵੀ ਸਭ ਤਰ੍ਹਾਂ ਨਾਲ ਤੇਰੀ ਅੰਤਮ ਕਿਰਿਆ ਕਰਕੇ ਤੇਰੇ ਪਰਿਵਾਰ ਦਾ ਵੀ ਟਿਕਾਣਾ ਚੰਗਾ ਕਰਕੇ ਉਹ ਵੀ ਸੁੱਖ ਮਾਨਣਗੇ। ਉਹ ਬਚਨ ਕੀਤਾ ਹੈ ਜੋ ਭਾਈ ਮਰਦਾਨੇ ਨਾਲ ਬਚਨ ਕੀਤਾ, ਇਸ ਕਰਕੇ ਸਾਡੇ ਸਿਰ ਉੱਪਰ ਭਾਰ ਹੈ, ਜਿੰਮਾ ਹੈ ਸਾਡਾ। ਚੱਲ ਵੀ ਭਾਈ ਬਾਲਾ ਚੱਲੀਏ ਆਪਾਂ ਉੱਥੇ। ਅਸ ਕਹਿ ਕੀਨ ਪਿਆਨਾ ਤੂਰਨਾ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਨੇ ਬੜੀ ਛੇਤੀ ਚੱਲਣਾ ਕੀਤਾ। ਪਹੁੰਚੇ ਤਲਵੰਡੀ ਗੁਰ ਪੂਰਨਾ। ਜੋ ਪੂਰਨ ਗੁਰੂ ਹੈ ਸਤਿਗੁਰੂ ਜੀ ਤਲਵੰਡੀ ਨਗਰ ਵਿੱਚ ਜਾ ਪਹੁੰਚੇ ਆਪਣੇ ਨਗਰ। ਇੱਕ ਕੂਪ ਉਪਰ ਤਹ ਜਾਈ। ਇੱਕ ਜੋ ਖੂਹ ਹੈ ਉਹਦੇ ਉੱਪਰ ਜਾ ਕੇ ਗੁਰੂ ਸਾਹਿਬ ਜੀ ਜੋ ਭਾਈ ਬਾਲਾ ਜੀ ਦੇ ਪਿਤਾ ਦਾ ਬਣਾਇਆ ਹੋਇਆ ਖੂਹ ਸੀ, ਚੰਦਰਭਾਨ ਦਾ ਖੂਹ ਅੱਜ ਵੀ ਉੱਥੇ ਨਿਸ਼ਾਨੀ ਵਜੋਂ ਹੈ। ਅਤੇ ਗੁਰੂ ਸਾਹਿਬ ਜੀ ਜਦੋਂ ਵੀ ਉਦਾਸੀਆਂ ਕਰਕੇ ਜਾਂ ਕਿਤੇ ਵੀ ਜਦੋਂ ਜਾਂਦੇ ਰਹੇ ਅਤੇ ਵਾਪਸ ਆਉਂਦੇ ਰਹੇ, ਪਹਿਲਾਂ ਉੱਥੇ ਖੂਹ 'ਤੇ ਬਿਰਾਜਮਾਨ ਹੁੰਦੇ ਰਹੇ। ਮਾਤਾ ਪਿਤਾ ਰਾਏ ਬਲਾਰ ਹੋਣੀ ਆ ਕੇ ਇੱਥੇ ਦਰਸ਼ਨ ਕਰਦੇ ਰਹੇ ਗੁਰੂ ਸਾਹਿਬ ਜੀ ਦੇ। ਐਵੇਂ ਉਹ ਭਾਈ ਬਾਲਾ ਜੀ ਦੇ ਪਿਤਾ ਚੰਦਰਭਾਨ ਦੇ ਖੂਹ ਦੇ ਉੱਪਰ ਜਾ ਕਰਕੇ ਬੈਠ ਗਏ ਪੁਨ ਗਿਰਾ ਲਾਈ। ਤਲਵੰਡੀ ਨਗਰ ਤੋਂ ਬਾਰ-ਬਾਰ ਇਹ ਖੂਹ ਸੁਭਾਏਮਾਨ ਹੈ। ਸਤਿਗੁਰੂ ਜੀ ਉੱਥੇ ਬੈਠ ਗਏ ਅਤੇ ਭਾਈ ਬਾਲਾ ਕਹਿੰਦੇ ਮੈਨੂੰ ਬਚਨ ਕਿਹਾ। ਹਿਤੋ ਮਾਤ ਪਿਤਰਾਏ ਪਛਾਨਾ। ਵੇਖ ਭਾਈ ਬਾਲਾ ਸਾਡੇ ਪ੍ਰੇਮੀ ਪਿਆਰੇ ਸਾਡੇ ਮਾਤਾ ਤ੍ਰਿਪਤਾ ਜੀ ਸਨ, ਪਿਤਾ ਕਲਿਆਣ ਚੰਦ ਜੀ ਸਨ ਤੇ ਰਾਏ ਬਲਾਰ ਜੀ ਸਨ, ਪਛਾਣ ਲਓ। ਕਹਾ ਪਰ ਲੋਕ ਸਭਨ ਕੋ ਜਾਨੋ। ਸਾਰਿਆਂ ਦਾ ਤੂੰ ਜਾਣ ਲਾ ਭਾਈ ਬਾਲਾ, ਪਰਲੋਕ ਸੱਚਖੰਡ ਗਮਨ ਹੋ ਗਿਆ। ਸਭ ਸਰੀਰ ਕਰਕੇ ਚਲੇ ਗਏ ਐ। ਚਾਚਾ ਲਾਲੂ ਜੀਵਤ ਅਬਹੀ। ਪਰ ਜੋ ਸਾਡੇ ਚਾਚਾ ਲਾਲੂ ਚੰਦ ਜੀ ਹੈ ਉਹ ਹੁਣ ਤੱਕ ਅਜੇ ਵੀ ਜਿੰਦੇ ਹਨ। ਸੋ ਹਮ ਕੋ ਦੇਖ ਗੋ ਜਬਹੀ। ਭਾਈ ਬਾਲਾ ਜਦੋਂ ਸਾਨੂੰ ਦੇਖਣਗੇ ਸਾਡੇ ਚਾਚਾ ਜੀ ਬਹੁ ਹਿਤ ਕਰਾ ਨਾ ਜਾਵਨ ਦੇਹੀ। ਬਹੁਤ ਸਾਡੇ ਨਾਲ ਪ੍ਰੇਮ ਪਿਆਰ ਕਰਨਗੇ ਅਤੇ ਸਾਨੂੰ ਜਾਣ ਨਹੀਂ ਦੇਣਗੇ। ਗੁਰੂ ਸਾਹਿਬ ਜੀ ਦੇ ਚਾਚੀ ਜੀ ਵੀ ਸਨ। ਚਾਚੀ ਜੀ ਦੇ ਨਾਮ ਚਾਚੀ ਪੈਦੀ ਜੀ ਸਨ। ਉਹ ਮਹਾਂਪੁਰਖ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ ਹਨ। ਇੱਕ ਉਹ ਬਾਹਰ ਇੱਥੇ ਇੰਗਲੈਂਡ ਵਿੱਚ ਰਹਿੰਦੇ ਆ। ਉਹਨਾਂ ਨੇ 10 ਗੁਰੂ ਸਾਹਿਬਾਨਾਂ ਦੀ ਸੱਚੀ ਸੁੱਚੀ ਸੋਹਣੀ ਬੰਸਾਵਲੀ ਲਿਖੀ ਹੈ। ਉਹਦੇ ਵਿੱਚ ਉਹਨਾਂ ਲਿਖਿਆ ਵੀ ਗੁਰੂ ਸਾਹਿਬ ਜੀ ਦੀ ਚਾਚੀ ਜੀ ਦਾ ਨਾਮ ਪੈਦੀ ਜੀ ਸਨ ਅਤੇ ਚਾਚਾ ਜੀ ਜਿਹੜੇ ਚਾਚਾ ਲਾਲੂ ਚਾਂਦੀ ਸਨ ਉਹਦੇ ਇਤਿਹਾਸ 'ਚ ਆ ਹੀ ਜਾਂਦਾ ਹੈ। ਚਾਚੀ ਜੀ ਦਾ ਨਾਮ ਇੱਥੇ ਇਤਿਹਾਸ 'ਚ ਨਹੀਂ ਆਉਂਦਾ। ਐਵੇਂ ਉਹਨਾਂ ਨੇ ਬੜੀ ਖੋਜ ਕਰਕੇ ਲਿਖਿਆ ਹੋਇਆ ਹੈ। ਇਹ ਬਹੁ ਹਿਤ ਕਰਾ ਨਾ ਜਾਵਨ ਦੇਹੀ। ਬਹੁਤ ਪ੍ਰੇਮ ਕਰਨਗੇ ਚਾਚਾ ਚਾਚੀ ਤੇ ਸਾਨੂੰ ਜਾਣ ਨਹੀਂ ਦੇਣਗੇ। ਕਰ ਲਗਾਏ ਕਾ ਰਦਨ ਕਰੇਹੀ। ਗਲ ਨਾਲ ਲਾ ਕੇ ਕੰਠ ਨਾਲ ਲਾ ਕੇ ਰੁਦਨ ਕਰਨਗੇ, ਵਿਰਾਗ ਕਰਨਗੇ। ਸਿਮਰ ਭਏ ਜਾਵਹੁ ਪਰਮਾਹੀ। ਫਿਰ ਸਾਨੂੰ ਰੋਕਣਗੇ ਵੀ ਤੁਸੀਂ ਨਾ ਜਾਓ, ਇੱਥੇ ਰਹੋ।
ਤੇ ਅਸਾਂ ਨੇ ਜਿੱਥੇ ਰਹਿਣਾ ਨਹੀਂ ਹੈ। ਇਸ ਕਰਕੇ ਭਾਈ ਬਾਲਾ ਕਿ ਜਦੋਂ ਰਾਤ ਪੂਰੀ ਹੋ ਜਾਏਗੀ ਉਦੋਂ ਹੀ ਤੁਸੀਂ ਤਲਵੰਡੀ ਨਗਰ ਆਪਣੇ ਨਗਰ ਵਿੱਚ ਹੀ ਜਾਵੋ। ਤੋਸ਼ਨ ਧਾਰ ਆਨੀਏ ਤਾਹੀ। ਚੁੱਪ ਧਾਰ ਕੇ ਜਾਣਾ ਹੈ, ਕਿਸੇ ਨਾਲ ਗੱਲਬਾਤ ਨਹੀਂ ਕਰਨੀ। ਐਵੇਂ ਚੁੱਪ ਚਪੀਤੇ ਜਾ ਕੇ ਤੇ ਭਾਈ ਮਰਦਾਨੇ ਦੇ ਸੁਪੁੱਤਰ ਸ਼ਹਿਜ਼ਾਦੇ ਨੂੰ ਲੈ ਆਈਏ। ਹਮ ਨਹ ਨਗਰ ਮਝਾਰ ਪਧਾਰਾ। ਹਮ ਨਹ ਨਗਰ ਮਝਾਰ ਪਧਾਰੇ। हे ਗੁਰੂ ਅੰਗਦ ਦੇਵ ਸਾਹਿਬ ਜੀ, ਫਿਰ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਵੀ ਅਸਾਂ ਨੇ ਨਗਰ ਦੇ ਵਿੱਚ ਨਹੀਂ ਜਾਣਾ ਹੈ, ਅਸੀਂ ਨਹੀਂ ਜਾਵਾਂਗੇ ਆਪਣੇ ਘਰ। ਲੈ ਵਹਿਰ ਤੇ ਤਹਾ ਸਿਧਾਰੇ। ਵਾਰ-ਵਾਰ ਹੀ ਨਗਰ ਤੋਂ ਲੈ ਕੇ ਸ਼ਹਿਜ਼ਾਦੇ ਨੂੰ ਤੇ ਉੱਥੇ ਖੁਰਮੇ ਨਗਰ ਸ਼ਹਿਰ ਵਿੱਚ ਚਲੇ ਜਾਵਾਂਗੇ। ਆਏ ਸਪਾਏ ਤਬ ਹੈ ਮੈਂ ਗਇਓ। ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਪਾ ਕੇ ਫਿਰ ਮੈਂ ਨਗਰ ਵਿੱਚ ਚਲਾ ਗਿਆ। ਰਾਤ ਜਦੋਂ ਹੋਈ ਹੈ ਕੋਏ ਨਾ ਪੁਰ ਮਹਿ ਜਾਣਤ ਭਇਓ। ਘੁੱਪ ਹਨੇਰ ਸੀ, ਜਿਸ ਕਰਕੇ ਨਗਰ ਵਿੱਚ ਕੋਈ ਵੀ ਕਹਿੰਦੇ ਮੈਨੂੰ ਕਿਸੇ ਨੇ ਜਾਣਿਆ ਨਾ, ਕਿਸੇ ਕੋ ਜਾਣਿਆ ਨਾ ਮੈਂ ਗਿਆ। ਦਰ ਠਾਂਡੇ ਹੋਇ ਸਹਜ ਬੁਲਾਇਓ। ਭਾਈ ਮਰਦਾਨੇ ਦੇ ਘਰ ਦੇ ਦਰਵਾਜ਼ੇ ਦੇ ਅੱਗੇ ਖੜਿਆ ਹੋ ਕੇ ਮੈਂ ਹੌਲੀ ਜੀ ਬੁਲਾਇਆ। ਸੁਨ ਸਹਜਾਦਾ ਬਾਹਰ ਆਇਓ। ਭਾਈ ਮਰਦਾਨਾ ਜੀ ਦੇ ਸੁਪੁੱਤਰ ਸ਼ਹਿਜ਼ਾਦਾ ਜਿਨ੍ਹਾਂ ਦਾ ਨਾਮ ਸੀ, ਸੁਣ ਕੇ ਉਹ ਬਾਹਰ ਆਇਆ। ਮੋਕੋ ਦੇਖਤ ਹਰਖਿਓ ਤਬ ਹੀ। ਉਸ ਵੇਲੇ ਕਹਿੰਦੇ ਮੈਨੂੰ ਭਾਈ ਬਾਲੇ ਨੂੰ ਦੇਖ ਕੇ ਕਹਿੰਦੇ ਸ਼ਹਿਜ਼ਾਦਾ ਬਹੁਤ ਖੁਸ਼ ਪ੍ਰਸੰਨ ਹੋਇਆ। ਲਖਿਓ ਕੇ ਮਮ ਪਿਤ ਆਵਹਿ ਅਬਹੀ। ਉਹਨਾਂ ਜਾਣਿਆ ਮਨ ਵਿੱਚ ਵੀ ਜੇ ਭਾਈ ਬਾਲਾ ਆ ਗਿਆ ਹੈ ਤੇ ਮੇਰਾ ਪਿਤਾ ਮਰਦਾਨਾ ਵੀ ਤੇ ਆਇਆ ਹੀ ਹੋਵੇਗਾ ਨਾ। ਹਿਤ ਕਰ ਔਰ ਮਹਿ ਪਗਲ ਬਟਾਵਾ। ਬੜਾ ਪ੍ਰੇਮ ਕਰਕੇ ਕਹਿੰਦੇ ਹਿਰਦੇ ਵਿੱਚ ਤੇ ਸਾਡੇ ਚਰਨਾਂ ਨਾਲ ਲੱਗ ਗਿਆ। ਦੇ ਅਸੀਸ ਮੈਂ ਬਚਨ ਅਲਾਵਾ। ਗੁਰੂ ਸਾਹਿਬ ਜੀ ਉਸ ਵੇਲੇ ਮੈਂ ਅਸੀਸ ਦੇ ਕੇ ਵੀ ਤੂੰ ਜਿਉਂਦਾ ਰਹੇ, ਲੰਬੀ ਉਮਰ ਹੋਵੇ, ਤੇਰੀ ਚੜ੍ਹਦੀ ਕਲਾ ਹੋਵੇ, ਮੈਂ ਬਚਨ ਫਿਰ ਕਿਹਾ। ਸ੍ਰੀ ਗੁਰ ਵਹਿਰ ਹਕਾਰਤ ਤੋਹੀ। ਇਹ ਸ਼ਹਿਜ਼ਾਦੇ ਗੁਰੂ ਨਾਨਕ ਦੇਵ ਸਾਹਿਬ ਜੀ ਬਾਰ-ਬਾਰ ਸਾਡੇ ਪਿਤਾ ਜੀ ਦੇ ਖੂਹ ਤੇ ਬੈਠੇ ਹੋਏ ਤੇ ਤੈਨੂੰ ਸਦ ਬੁਲਾ ਰਹੇ ਹਨ। ਲੈਨੇ ਹੇਤ ਪਠਾਇਓ ਮੋਹੀ। ਮੈਨੂੰ ਵੀ ਤੂੰ ਭਾਈ ਬਾਲਾ ਬੁਲਾ ਕੇ ਲਿਆ ਤੇ ਲੈਣ ਵਾਸਤੇ ਮੈਨੂੰ ਭੇਜਿਆ ਤੁਹਾਡੇ ਪਾਸ, ਤੁਹਾਡੇ ਘਰ। ਦੋਹਰਾ ਮਾਮਾ ਪਿਤ ਕੋ ਛੋੜਿਓ ਕਹਾ। ਉਸ ਵੇਲੇ ਭਾਈ ਮਰਦਾਨਾ ਜੀ ਦਾ ਸੁਪੁੱਤਰ ਸ਼ਹਿਜ਼ਾਦਾ ਬੋਲਿਆ ਵੀ ਤੁਸੀਂ ਮੇਰੇ ਪਿਤਾ ਭਾ ਮਰਦਾਨਾ ਜੀ ਨੂੰ ਕਿੱਥੇ ਛੱਡਿਆ ਹੈ? ਕਿਉਂ ਨ ਆਇਓ ਤਾਮ। ਭਾਈ ਬਾਲਾ ਜੇ ਤੁਸੀਂ ਇੱਥੇ ਨਗਰ ਵਿੱਚ ਆ ਗਏ ਹੋ ਤੇ ਮੇਰੇ ਪਿਤਾ ਕਿਉਂ ਨਹੀਂ ਘਰ ਵਿੱਚ ਆਏ? ਰੱਬ ਕਿਉਂ ਬੈਠੇ ਵਹਿਰ ਤਹ। ਤੇ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਪਿਤਾ ਦੇ ਖੂਹ ਤੇ ਬਾਰ-ਬਾਰ ਨਗਰ ਤੋਂ ਕਿਉਂ ਬੈਠੇ ਹੋਏ ਆ? ਤਜ ਤਲਵੰਡੀ ਗ੍ਰਾਮ। ਕਿ ਉਹਨਾਂ ਦਾ ਵੀ ਘਰ ਇੱਥੇ ਹੈਗਾ ਹੀ ਹੈ ਨਾ ਨਗਰ ਵਿੱਚ, ਤੇ ਉਹ ਆਪਣੇ ਨਗਰ ਤਲਵੰਡੀ ਛੱਡ ਕੇ ਕਿਉਂ ਬਾਰ-ਬਾਰ ਬੈਠੇ ਹੋਏ ਆ? ਚੌਪਈ ਗੁਰ ਟਿਕ ਚਲਹੁ ਅਵਾਰ ਨਾ ਲਾਓ। ਦੁਬਾਰਾ ਗੁਰ ਟਿਕ ਚਲਹੁ ਅਵਾਰ ਨਾ ਲਾਵੋ। ਕਹਿਣ ਲੱਗੇ ਭਾਈ ਬਾਲਾ ਜੀ ਵੀ ਸ਼ਹਿਜ਼ਾਦੇ ਤੁਸੀਂ ਗੁਰੂ ਦੇ ਕੋਲ ਚੱਲੋ, ਸਤਿਗੁਰੂ ਕੋਲ ਚੱਲੋ, ਦੇਰੀ ਨਾ ਲਾਵੋ। ਸਭ ਹੀ ਉੱਤਰ ਤਿਨ ਤੇ ਪਾਵੋ। ਸਾਰੇ ਜਿਹੜੇ ਉੱਤਰ ਆ ਨਾ ਵੀ ਤੁਹਾਡੇ ਪਿਤਾ ਮਰਦਾਨਾ ਜੀ ਘਰ ਕਿਉਂ ਨਹੀਂ ਆਏ, ਸਤਿਗੁਰੂ ਜੀ ਘਰ ਕਿਉਂ ਨਹੀਂ ਜਾ ਰਹੇ, ਇਹ ਤੁਸੀਂ ਸਤਿਗੁਰੂ ਤੋਂ ਹੀ ਉੱਤਰ ਸਾਰੇ ਪਾਵੋ। ਸਹਜਾਦੇ ਕੇ ਭਾਗ ਵਡੇਰੇ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਸਾਡੇ ਸਾਥੀ ਭਾਈ ਮਰਦਾਨੇ ਦੇ ਸ਼ਹਿਜ਼ਾਦੇ ਪੁੱਤਰ ਦੇ ਬੜੇ ਵੱਡੇ ਭਾਗ ਜਾਗੇ ਸਨ। ਚੱਲਿਓ ਸੰਗ ਨਹਿਲਾਈ ਦੇਰੇ। ਵੱਡੇ ਭਾਗ ਭੇਟੇ ਗੁਰਦੇਵਾ, ਵੱਡੇ ਭਾਗ ਹੋਣ ਨਾ ਦੇ ਤਾਂ ਸਾਧ ਸੰਗਤ ਜੀ ਗੁਰੂ ਨਾਲ ਭੇਟ ਮਿਲਾਪ ਹੁੰਦੀ ਹੈ। ਤਾਂ ਹੀ ਕਹਿ ਰਹੇ ਵੀ ਵੱਡੇ ਭਾਗ ਸਨ ਸ਼ਹਿਜ਼ਾਦੇ ਦੇ, ਜਿਸ ਕਰਕੇ ਕੋਈ ਦੇਰੀ ਨਹੀਂ ਲਾਈ ਦੇ ਨਾਲ ਕਹਿੰਦੇ ਮੇਰੇ ਚੱਲਿਆ। ਜਾਏ ਜਬ
ਜਾਏ ਜਬ ਹੈ ਦਰਸ਼ਨ ਕੋ ਕੀਨਾ। ਜਦੋਂ ਹੀ ਜਾ ਕੇ ਕਹਿੰਦੇ ਸਤਿਗੁਰੂ ਜੀ ਦਾ ਦਰਸ਼ਨ ਕੀਤਾ, ਚਰਨਾ ਬੁਝ ਮਹਿ ਸਿਰ ਧਰ ਦੀਨਾ। ਸਤਿਗੁਰੂ ਜੀ ਦੇ ਚਰਨ ਕਮਲਾਂ ਉੱਪਰ ਸ਼ਹਿਜ਼ਾਦੇ ਨੇ ਆਪਣਾ ਸੀਸ ਰੱਖ ਦਿੱਤਾ। ਸ੍ਰੀ ਗੁਰ ਤਿਹ ਸੋ ਗਿਰਾ ਲਾਈ। ਗੁਰੂ ਸਾਹਿਬ ਜੀ ਨੇ ਉਸ ਵੇਲੇ ਸ਼ਹਿਜ਼ਾਦੇ ਨੂੰ ਬਚਨ ਕਿਹਾ, ਤੋਹੇ ਤਾਤ ਕੀ ਬੈਸ ਬਿਹਾਈ। ਸਾਡੇ ਮਿੱਤਰ ਦੇ ਪੁੱਤਰ ਸ਼ਹਿਜ਼ਾਦੇ, ਤੇਰੇ ਜੋ ਹੈ ਨਾ ਪਿਤਾ ਭਾਵ ਮਰਦਾਨਾ ਜੀ, ਉਹਨਾਂ ਦੀ ਉਮਰ ਬੀਤ ਗਈ ਸੀ, ਪੂਰੀ ਹੋ ਗਈ ਸੀ। ਭਇਓ ਕਾਲ ਬਸ ਤਿਹ ਕੋ ਜਾਨ। ਇਸ ਕਰਕੇ ਤੁਹਾਡੇ ਪਿਤਾ ਜੀ ਜਿਹੜੇ ਆ ਉਹਨਾਂ ਦਾ ਅਕਾਲ ਚਲਾਣਾ ਹੋ ਗਿਆ, ਸਰੀਰ ਨਾ ਛੱਡ ਦਿੱਤਾ ਹੈ। ਤੇ ਇਸ ਤਰ੍ਹਾਂ ਵੀ ਤੂੰ ਜਾਣ ਲਾ, ਜਹ ਖਰਮਾ ਪੁਰ ਅਹ ਮਹਾਨ। ਇੱਥੇ ਭਇਓ ਕਾਲ ਬਸ ਤਿਹ ਕੋ ਜਾਣ, ਵੀ ਤੂੰ ਤੇਰੇ ਪਿਤਾ ਜੀ ਦਾ ਜਿਹੜਾ ਅਕਾਲ ਚਲਾਣਾ ਹੋ ਗਿਆ ਸੀ, ਛੱਡਣਾ ਹੋ ਗਿਆ, ਜਾਣ ਲਓ। ਕਾਲ ਵਸ ਨਹੀਂ ਕਹਿਣਾ ਹੈ, ਅਰਥ ਜਿਵੇਂ ਅੱਖਰ ਲਿਖੇ ਉਹਦੇ ਮੁਤਾਬਕ ਅਰਥ ਨਹੀਂ ਇੱਥੇ ਕਰਨਾ ਹੈ। ਭਾਈ ਡਾਕਟਰ ਵੀਰ ਸਿੰਘ ਜੀ ਨੇ ਥੱਲੇ ਟੂਕ ਦਿੱਤੀ ਹੈ ਵੀ ਭਾਈ ਮਰਦਾਨਾ ਜੀ ਨੇ ਤੇ ਕਾਲ ਵਸ ਕੀਤਾ ਸੀ, ਐਵੇਂ ਉਹਦੇ ਕਾਲ ਨੂੰ ਜਿੱਤ ਕੇ ਗਏ, ਕਾਲ ਦੇ ਵਸ ਨਹੀਂ ਸਨ। ਵਸ ਜੋ ਹੁੰਦੇ ਉਹ ਹਾਰੇ ਹੁੰਦੇ, ਤੇ ਕਾਲ ਦੇ ਵਸ ਅਸੀਂ ਲੋਕ ਹਾਂ। ਗੁਰੂ ਦੇ ਸਿੱਖ ਭਗਤ ਕਾਲ ਦੇ ਵਸ ਨਹੀਂ ਹੈ। ਐਵੇਂ ਅਰਥ ਮੁਤਾਬਕ ਜਦੋਂ ਅਰਥ ਕਰਨਾ ਹੈ, ਇਹ ਕਹਿਣਾ ਵੀ ਸਰੀਰ ਛੱਡ ਕੇ ਗਏ ਹੈ, ਅਕਾਲ ਚਲਾਣਾ ਕਰਕੇ ਗਏ ਹੈ, ਕਾਲ ਦੇ ਵਸ ਅਰਥ ਨਹੀਂ ਲਾਉਣਾ ਅੱਖਰਾਂ ਮੁਤਾਬਕ। ਜਹ ਖਰਮਾ ਪੁਰ ਅਹ ਮਹਾਨ। ਸ਼ਹਿਜ਼ਾਦੇ ਜਿੱਥੇ ਖੁਰਮਾਪੁਰ ਬੜਾ ਤਕੜਾ ਸ਼ਹਿਰ ਹੈ, ਤਹਾਂ ਤੇ ਚਲਨਾ ਅਬ ਤੁਜ ਤਾਈ। ਉੱਥੇ ਵੀ ਤੈਨੂੰ ਜਿਹੜਾ ਲੈ ਕੇ ਚੱਲਣ ਵਾਸਤੇ ਸੰਗ ਲੈਨ ਕੋ ਲੀਨ ਬੁਲਾਈ। ਨਾਲ ਲੈ ਕੇ ਜਾਣਾ ਹੈ, ਜਿਸ ਕਰਕੇ ਅਸਾਂ ਨੇ ਭਾਈ ਬਾਲੇ ਨੂੰ ਕਹਿ ਕੇ ਤੇ ਤੈਨੂੰ ਘਰ ਵਿੱਚੋਂ ਬੁਲਾ ਲੈਣਾ ਕੀਤਾ ਹੈ। ਦੋਹਰਾ ਦਿਨ ਹਮਕੋ ਉਚਿਤ ਹੈ। ਕਿਉਂਕਿ ਸ਼ਹਿਜ਼ਾਦੇ ਸਾਨੂੰ ਵੀ ਤੈਨੂੰ ਦੇਣਾ ਯੋਗ ਹੀ ਹੈ। ਤੋ ਕੋ ਅਬ ਸਿਰ ਪਾਓ। ਤੈਨੂੰ ਜਿਹੜਾ ਹੁਣ ਸਰੋਪਾ ਦੇਣਾ ਤੁਹਾਡੇ ਪਿਤਾ ਵਾਂਗ ਸਾਡਾ ਬਣਦਾ ਹੀ ਹੈ, ਯੋਗ ਲਾਇਕ ਹੀ ਹੈ। ਲੈਨੋ ਤਾਂ ਕਿ ਸਰੀਤ ਸੋ। ਤੁਹਾਡੇ ਪਿਤਾ ਨੇ ਤੇ ਉਹ ਸਰੋਪਾਓ ਗੁਰੂ ਘਰ ਦੀ ਬਖਸ਼ਿਸ਼ ਮੰਗ ਕੇ ਲਈ ਸੀ, ਹੁਣ ਵੀ ਤੂੰ ਕਿਸ ਰੀਤੀ ਨਾਲ ਕਿਸ ਤਰ੍ਹਾਂ ਦੀ ਜਿਹੜਾ ਹੈ ਸਰੋਪਾ ਲੈਣਾ ਚਾਹੁੰਦਾ ਹੈ। ਤੈਸਾ ਬਚਨ ਬਤਾਓ। ਸ਼ਹਿਜ਼ਾਦੇ ਉਸੇ ਤਰ੍ਹਾਂ ਜਿਹੜਾ ਬਚਨ ਹੈ ਕਿ ਜਿਸ ਤਰ੍ਹਾਂ ਤੂੰ ਬਖਸ਼ਿਸ਼ ਗੁਰੂ ਘਰ ਦੀ ਸਰੋਪਾਓ ਲੈਣਾ ਚਾਹੁੰਦਾ, ਸਾਨੂੰ ਦੱਸ ਦੇ। ਚੌਪਈ ਸੁਨ ਸਹਜਾਦੇ ਹਿਰਦੇ ਵਿਚਾਰੀ। ਸਤਿਗੁਰੂ ਜੀ ਤੋਂ ਸੁਣ ਕੇ ਸ਼ਹਿਜ਼ਾਦੇ ਨੇ ਹਿਰਦੇ ਵਿਚਾਰੀ ਹੈ ਗੱਲ। ਸ੍ਰੀ ਪ੍ਰਭ ਸਪਨ ਗਿਰਾ ਉਚਾਰੀ। ਗੁਰੂ ਸਾਹਿਬ ਜੀ ਨਾਲ ਬਾਣੀ ਬਚਨ ਕਰਕੇ ਕਿਹਾ, ਪਿਤ ਮੇਰੇ ਕੋ ਦੀਨਾ ਜਾਸੇ। ਮਹਾਰਾਜ ਜਿਸ ਤਰ੍ਹਾਂ ਮੇਰੇ ਪਿਤਾ ਨੂੰ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਸਰੋਪਾ ਉਹ ਦਿੱਤਾ ਗੁਰੂ ਘਰ ਦਾ। ਕਿਰਪਾ ਧਾਰ ਦੀਜੈ ਮੁਝ ਤਾਸੇ। ਕਿਰਪਾ ਦੀ ਦ੍ਰਿਸ਼ਟੀ ਧਾਰ ਕੇ ਮਾਰੇ ਉਸੇ ਤਰ੍ਹਾਂ ਮੈਨੂੰ ਵੀ ਉਹ ਬਖਸ਼ਿਸ਼ ਕਰ ਦਿਓ, ਮੈਨੂੰ ਵੀ ਪਿਤਾ ਵਾਂਗ ਹੀ ਸਰੋਪਾ ਉਹ ਦੇ ਦਿਓ। ਤੇਰੇ ਪਿਤਾ ਜਾਚਕਾ ਲੀਨਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਭਾਈ ਮਰਦਾਨੇ ਦੇ ਸਪੁੱਤਰ ਸ਼ਹਿਜ਼ਾਦੇ, ਤੁਹਾਡੇ ਪਿਤਾ ਨੇ ਤੇ ਸਾਡੇ ਕੋਲ ਮੰਗ ਕੇ ਸਰੋਪਾ ਲਿਆ ਸੀ, ਵੀ ਕਿਹਾ ਸੀ ਵੀ ਮਹਾਰਾਜ ਇੱਕ ਤੇ ਮੈਂ ਕੀਰਤਨ ਕਰਾਂ, ਇਹ ਸਰੋਪਾ ਉਹ ਬਖਸ਼ਿਸ਼ ਲਈ ਸੀ। ਦੂਸਰਾ ਇਹ ਸੀ ਵੀ ਮਹਾਰਾਜ ਮੈਂ ਰਹਿੰਦੇ ਸਵਾਸਾਂ ਤੱਕ ਵਾਹਿਗੁਰੂ ਦਾ ਜਸ ਹੀ ਕਰਦਾ ਰਹਾਂ, ਸਿਫਤ ਸਲਾਨਾ ਹੀ ਕਰਦਾ ਰਹਾਂ। ਇਹ ਦੋ ਸਰੋਪੇ ਮੰਗ ਕੇ ਲਏ ਸਨ। ਇਸੇ ਤਰ੍ਹਾਂ ਇਹ ਵੀ ਬਖਸ਼ਿਸ਼ ਲਈ ਸੀ ਭਾਈ ਮਰਦਾਨਾ ਜੀ ਨੇ ਵੀ ਮਹਾਰਾਜ ਮੈਂ ਰਹਿੰਦੇ ਸਵਾਸਾਂ ਤੱਕ ਤੁਹਾਡੇ ਨਾਲ ਹੀ ਨਿਭਾਂ, ਤੁਹਾਡੇ ਨਾਲ ਹੀ ਰਹਾਂ। ਅਗਨ ਦਾਹ ਤਿਹ ਕੋ ਹਮ ਦੀਨਾ। ਤੇ ਚੌਥਾ ਇਹ ਵੀ ਸ਼ਹਿਜ਼ਾਦਾ ਜੀ ਸੁਣ ਲਓ, ਇਹ ਸਰੋਪਾ ਲਿਆ ਸੀ ਵੀ ਜਦੋਂ ਅੰਤਲਾ ਸਮਾਂ ਆਇਆ ਤੇ ਉਹਨਾਂ ਕਿਹਾ ਸੀ ਮਹਾਰਾਜ ਮੇਰਾ ਜਿਹੜਾ ਸਰੀਰ ਉਹਨੂੰ ਦਫਨਾਉਣਾ ਨਹੀਂ ਕਬਰ ਦੇ ਵਿੱਚ, ਉਹਨੂੰ ਅਗਨ ਭੇਟ ਕਰਨਾ ਹੈ, ਭਾਵ ਚੰਡਾ ਲਾਉਣਾ ਮੇਰੇ ਸਰੀਰ ਨੂੰ। ਅਗਨ ਦਾਹ ਤਿਹ ਕੋ ਹਮ ਦੀਨੋ, ਇਵੇਂ ਉਹਨਾਂ ਮੰਗ ਕੇ ਸਰੋਪਾ ਲਿਆ ਸੀ ਤੇ ਅਸਾਂ ਨੇ ਉਹਨਾਂ ਦਾ ਸਰੀਰ ਜਿਹੜਾ
ਅਗਨ ਭੇਟ ਕੀਤਾ ਸੀ, ਅੰਤਮ ਸੰਸਕਾਰ ਕੀਤਾ ਸੀ। ਇਹ ਤੀਸਰਾ ਚੌਥਾ ਸਰੂਪ ਆਓ ਦਿੱਤਾ ਸੀ ਗੁਰੂ ਘਰ ਵੱਲੋਂ। ਤੂੰ ਅਬ ਚੱਲ ਰਹੀਏ ਤਿਹ ਖਾਨਾ। ਅਸੀਂ ਤੇ ਹੁਣ ਕਹਿੰਦੇ ਆ ਵੀ ਤੂੰ ਹੀ ਸਾਡਾ ਬਚਨ ਮੰਨ ਕੇ ਜਿੱਥੇ ਤੁਹਾਡੇ ਪਿਤਾ ਨੇ ਉਹ ਖੁਰਮਾ ਸ਼ਹਿਰ ਵਿੱਚ ਸਰੀਰ ਛੱਡਿਆ ਉੱਥੇ ਚੱਲ ਕੇ ਰਹੀਏ। ਮਰਦਾਨੇ ਕੇ ਹੋਏ ਸਮਾਨਾ। ਸਾਡਾ ਇਹ ਬਚਨ ਹੈ, ਤੁਹਾਨੂੰ ਬਖਸ਼ਿਸ਼ ਹੋਵੇਗੀ ਕਿ ਆਪਣੇ ਪਿਤਾ ਦੇ ਸਮਾਨ ਹੀ ਤੂੰ ਸ਼ਹਿਜ਼ਾਦੇ ਹੋ ਜਾਏਗਾ। ਭਾਵ ਜਿਵੇਂ ਤੁਹਾਡੇ ਪਿਤਾ ਦਾ ਜਸ ਹੈ ਇਵੇਂ ਤੁਹਾਡਾ ਜਸ ਹੋਏਗਾ। ਸ਼ਹਿਰ ਦੇ ਆਸੇ ਪਾਸੇ ਸਾਰੇ ਤੁਹਾਨੂੰ ਮੰਨਣਗੇ, ਸਭ ਕੁਝ ਤੁਹਾਡੇ ਕੋਲ ਬਖਸ਼ਿਸ਼ਾਂ ਹੋਣਗੀਆਂ। ਆਪਣੇ ਪਿਤਾ ਦੇ ਤੁਲੀ ਹੋਗੇ। ਹੋਵੇ ਤਾ ਮਹਾਨ ਪ੍ਰਕਾਸ਼ਾ। ਤੁਹਾਡਾ ਉੱਥੇ ਮਹਾਨ ਪ੍ਰਕਾਸ਼ ਹੋਵੇਗਾ, ਵਡਿਆਈ ਮਹਿਮਾ ਹੋਵੇਗੀ, ਜਸ ਪ੍ਰਗਟ ਹੋਏਗਾ। ਬਸ ਹੋ ਸਦਾ ਕਰ ਆਪਣਾ ਵਾਸਾ। ਅਸੀਂ ਤੇ ਇਹੀ ਕਹਿੰਦੇ ਵੀ ਸਾਡਾ ਬਚਨ ਮੰਨ ਕੇ ਉੱਥੇ ਸੋਹਣੇ ਪੱਕੇ ਘਰ ਪਾ ਕੇ ਖੁਰਮੇ ਸ਼ਹਿਰ ਵਿੱਚ ਹਮੇਸ਼ਾ ਲਈ ਪਰਿਵਾਰ ਸਮੇਤ ਵਸੋ ਰਹੋ। ਵਨ ਜੋ ਮਨ ਹੋਵੇ ਕਰੀਹ ਤੈਸੇ। ਅਸਾਂ ਨੇ ਤੇ ਵੀ ਸ਼ਹਿਜ਼ਾਦੇ ਆਪਣੇ ਵੱਲੋਂ ਤੁਹਾਨੂੰ ਇਹ ਕਹਿ ਦਿੱਤਾ ਹੈ ਵੀ ਇਸ ਤਰ੍ਹਾਂ ਕਰ ਲਓ। ਬਾਕੀ ਜਿਵੇਂ ਤੁਹਾਡੇ ਮਨ ਵਿੱਚ ਹੈ ਤੁਸੀਂ ਉਸੇ ਤਰ੍ਹਾਂ ਕਰਾ ਲਓ ਜਿਵੇਂ ਮਨ ਮੰਨਦਾ ਹੈ। ਹਮਾਰੇ ਹਿਰਦੇ ਵਿਖਾ ਹੈ ਜਸ ਹਮਾਰੇ ਹਿਰਦੇ ਵਿਖੇ ਹੈ ਐਸੇ। ਸਾਡੇ ਹਿਰਦੇ ਵਿੱਚ ਤੇ ਇਸੇ ਤਰ੍ਹਾਂ ਹੀ ਹੈ ਵੀ ਤੁਸੀਂ ਇਵੇਂ ਕਰੋ ਕਿ ਜਿੱਥੇ ਤੁਹਾਡੇ ਪਿਤਾ ਜੀ ਨੇ ਸਰੀਰ ਛੱਡਿਆ ਹੈ ਅਤੇ ਉੱਥੇ ਤੁਸੀਂ ਰੋਸਾਂ ਨੇ ਬਚਨ ਵੀ ਕੀਤਾ ਸੀ ਵੀ ਮਰਦਾਨਾ ਜਿੱਥੇ ਤੂੰ ਸਰੀਰ ਛੱਡੇਗਾ ਉੱਥੇ ਤੇਰੀ ਅੰਸ ਬੰਸ ਤੇਰਾ ਪਰਿਵਾਰ ਆ ਕੇ ਵਸੇਗਾ। ਅਸਾਂ ਤੇ ਉਹ ਬਚਨ ਕਰਕੇ ਤੁਹਾਨੂੰ ਕਹਿ ਰਹੇ ਹਾਂ, ਤੁਹਾਡੇ ਜਿਵੇਂ ਮਨ 'ਚ ਆਉਂਦੀ ਉਸੇ ਤਰ੍ਹਾਂ ਕਰਾ ਲਓ। ਸਾਡੇ ਹਿਰਦੇ ਵਿੱਚ ਐਸਾ ਅਸੀਂ ਉਹ ਕਹਿ ਦਿੱਤਾ ਹੈ। ਹੱਥ ਜੋੜ ਤਿਨ ਬਿਨਾ ਉਚਾਰੀ। ਹੱਥ ਜੋੜ ਕੇ ਤੇ ਸ਼ਹਿਜ਼ਾਦੇ ਨੇ ਬੇਨਤੀ ਕੀਤੀ ਗੁਰੂ ਸਾਹਿਬ ਅੱਗੇ, ਮੈਂ ਰਾਵਰ ਕੇ ਨਿਤ ਅਨਸਾਰੀ। ਮਹਾਰਾਜ ਮੈਂ ਤੇ ਆਪ ਜੀ ਦੇ ਹਮੇਸ਼ਾ ਅਨੁਸਾਰੀ ਤੁਹਾਡੀ ਆਗਿਆ ਵਿੱਚ ਹੀ ਹਾਂ। ਜੈਸੋ ਪਿਤਾ ਤੁਮਾਰੋ ਦਾਸੋ। ਜਿਸ ਤਰ੍ਹਾਂ ਮਹਾਰਾਜ ਮੇਰੇ ਪਿਤਾ ਭਾਈ ਮਰਦਾਨਾ ਤੁਹਾਡੇ ਸੇਵਕ ਦਾਸ ਸਨ, ਤੈਸੇ ਮੁਝ ਜਾਨਹੁ ਸੁਖ ਰਾਸੋ। ਉਸੇ ਤਰ੍ਹਾਂ ਹੀ ਮਹਾਰਾਜ ਸੁੱਖਾਂ ਦੀ ਰਾਸ ਗੁਰੂ ਨਾਨਕ ਸਾਹਿਬ ਜੀ ਮੈਨੂੰ ਜਾਣ ਲਓ ਆਪਣਾ ਸਿੱਖ ਸੇਵਕ। ਤਬ ਪ੍ਰਭ ਚਲੇ ਸੰਗ ਲੈ ਤਾਹੀ। ਤਦੋਂ ਸਤਿਗੁਰੂ ਜੀ ਭਾਈ ਮਰਦਾਨੇ ਦੇ ਸਪੁੱਤਰ ਸ਼ਹਿਜ਼ਾਦੇ ਨੂੰ ਲੈ ਕੇ ਚੱਲੇ ਐ। ਪਹੁੰਚੇ ਨਗਰ ਤਲੰਬੇ ਮਾਹੀ। ਇੱਕ ਨਗਰ ਤਲੰਬੇ ਨਾਮ ਦਾ ਜੋ ਮੁਲਤਾਨ ਵਿੱਚ ਹੀ ਹੈ, ਆ ਮੁਲਤਾਨ ਦੇ ਨੇੜੇ ਹੀ ਹੈ। ਮੁਲਤਾਨ ਜ਼ਿਲ੍ਹੇ ਵਿੱਚ ਨਗਰ ਹੈ ਤਲੰਬਾ। ਉੱਥੇ ਸਤਿਗੁਰ ਜੀ ਜਦੋਂ ਪਹੁੰਚੇ, ਰਹਿ ਤਹਾਂ ਇੱਕ ਸੱਜਣ ਬੰਚਕ। ਇਸ ਮੁਲਤਾਨ ਜ਼ਿਲ੍ਹੇ ਦੇ ਇੱਕ ਤਲੰਬੇ ਨਗਰ ਵਿੱਚ ਕਹਿੰਦੇ ਬੜਾ ਤਕੜਾ ਠੱਗ ਰਹਿੰਦਾ ਸੀ ਜਿਹਦਾ ਨਾਮ ਸੀ ਸੱਜਣ ਹੈ। ਉਂਝੇ ਸੱਜਣ ਵੈਰੀ ਸੀ। ਵੇਖ ਵੈਸਨਾ ਦਇਆ ਨਾਰੰਚਕ। ਐਵੇਂ ਸਾਧਾਂ ਵਾਲਿਆਂ ਨੇ ਭੇਖ ਬਣਾਇਆ, ਭਗਤ ਬਣਿਆ ਬੈਠਾ ਸੀ ਤੇ ਭੋਰਾ ਮਾਤਰ ਇਹਦੇ ਦਇਆ ਨਹੀਂ ਸੀ ਹੈਗੀ ਭਗਤਾਂ, ਕਿਉਂਕਿ ਭਗਤਾਂ ਵਿੱਚ ਤੇ ਦਇਆ ਬੜੀ ਹੁੰਦੀ ਹੈ। ਭਗਤ ਨਾਮ ਹੀ ਦਇਆ ਦਾ ਹੈ। ਇਹਨੇ ਵੈਸ਼ਨਵਾਂ ਵਾਲਾ ਭੇਖ ਕੀਤਾ, 12 ਇਹਨੇ ਤਿਲਕ ਲਾਏ, ਸੋਹਣੇ ਇਹਨੇ ਕੱਪੜੇ ਪਾਏ ਸਨ, ਪੂਰਾ ਹੀ ਭਗਤ ਬਣੀ ਬੈਠਾ ਸੀ ਵੀ ਮੈਂ ਤੇ ਦੋਵੇਂ ਧਰਮਾਂ ਨੂੰ ਬੜਾ ਸਤਿਕਾਰ ਦਿੰਦਾ। ਇੱਕ ਪਾਸੇ ਮਸੀਤ, ਇੱਕ ਪਾਸੇ ਠਾਕੁਰ ਦੁਆਰਾ। ਅਤੇ ਦਇਆ ਇਹਦੇ ਮਨ 'ਚ ਭੋਰਾ ਮਾਤਰ ਰੰਚਕ ਮਾਤਰ ਨਹੀਂ ਸੀ ਹੈਗੀ। ਜਿਹੜਾ ਕੋਈ ਇਹਦੇ ਕੋਲ ਆ ਜਾਂਦਾ ਉਹਨੂੰ ਫੜ ਕੇ ਤੇ ਚੰਗਾ ਹੀ ਸੌਦਾ ਲਾ ਕੇ ਤੇ ਲੀੜੇ ਲੂੜੇ ਕੱਪੜੇ ਉਹਦੇ ਲਾ ਲੈਂਦਾ, ਗਹਿਣੇ ਵੀ ਪੈਸੇ ਵੀ ਖੋਹ ਲੈਂਦਾ ਸੀ। ਇਵੇਂ ਨੇ ਮੁਸ਼ਟੰਡੇ ਰੱਖੇ ਸਨ, ਕੋਈ ਤਗੜੇ ਕੁੱਟਣ ਕਟਾਉਣ ਵਾਲੇ ਵੀ। ਇਵੇਂ ਸਾਧ ਸੰਗਤ ਜੀ ਜਿਵੇਂ ਇਹਨੇ ਭਾਈ ਮਰਦਾਨਾ ਜੀ ਦੇ ਸਪੁੱਤਰ ਸ਼ਹਿਜ਼ਾਦੇ ਨਾਲ ਕੀਤਾ। ਗੁਰੂ ਸਾਹਿਬ ਜੀ ਫਿਰ ਇੱਥੇ ਆਏ, ਇਹਨੂੰ ਸਿੱਖਿਆ ਦਿੱਤੀ, ਸ਼ਬਦ ਵੀ ਉਚਾਰਨਾ ਕੀਤਾ। ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਇਹ ਸ਼ਬਦ ਉਚਾਰਨ ਕੀਤਾ ਸੀ ਮਹਾਰਾਜ ਜੀ ਨੇ। ਹੁਣ ਉਹ ਪ੍ਰਸੰਗ ਜਿਹੜਾ ਆਪਾਂ ਕੱਲ੍ਹ ਜਿਹੜਾ ਸੰਪੂਰਨ ਕਰ ਲਵਾਂਗੇ। ਹੁਣ ਸਮਾਂ ਇੱਥੇ ਪੂਰਾ ਹੋ ਗਿਆ ਹੈ ਅਤੇ ਵੈਸੇ ਉਹ ਪ੍ਰਸੰਗ ਜਿਹੜਾ ਹੈ ਥੋੜ੍ਹਾ ਬਾਅਦ ਵਿੱਚ ਰਹਿ ਜਾਏਗਾ।
ਜਿਸ ਕਰਕੇ ਆਪਾਂ ਨੂੰ ਕੱਲ੍ਹ ਹੀ ਸੰਪੂਰਨ ਤੌਰ 'ਤੇ ਕਰ ਲਵਾਂਗੇ, ਜਿਸ ਕਰਕੇ ਪੂਰਾ ਦੇ ਪੂਰਾ ਹੀ ਹੋ ਜਾਏਗਾ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਸਮਾਪਤੀ ਹੈ ਜੀ। ਤਬ ਪ੍ਰਭ ਚੱਲੇ ਸੰਗ ਲੈ ਤਾਹੀ, ਪਹੁੰਚੇ ਨਗਰ ਤਲੰਬੇ ਮਾਹੀ। ਰਹਾ ਤਹਾਂ ਇੱਕ ਸੱਜਣ ਬੰਚਕ, ਵੇਖ ਬੈਸਨ ਦਇਆ ਨਾਰੰਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।